ਵਜ੍ਹਾ ਸੀ, ਡੰਡੇ ਮਾਰ ਕੇ ਥੀ ਕਿ ਉਹਨਾਂ ਨੇ ਜ਼ਕਾਤ ਲਈਏ, ਫਿਰ ਤੁਹਾਨੂੰ ਹੋਰ ਕਈ ਮਿਸਾਲ ਦਵਾਂਗਾ, ਫਿਰ ਤੁਸੀਂ ਕਹੋਗੇ ਯਾਰ ਗੁਸਤਾਖੀ ਔਰ ਹੋਰ ਪਾਸੇ ਚੱਲ ਪਿਆ। ਨਹੀਂ, ਇਸ ਵਾਸਤੇ ਗੱਲ ਸੁਣੋ ਨਾ ਮੰਡੀ, ਤੁਹਾਡਾ ਸਵਾਲ ਵੇਖੋ ਕੈਸਾ ਅਜੀਬ ਹੈ ਕਿ ਬੈਤ ਨਾ ਕਰਨ ਵਾਲਾ ਜਿਹੜਾ ਮੈਂ ਖਾ ਰਿਹਾ ਭਾਈ, ਹਰ ਬੰਦਾ ਆਜ਼ਾਦ ਹੈ। ਜਦੋਂ ਤੁਸੀਂ ਕਿਤੇ ਰਹਿਣਾ ਹੋਵੇ ਨਾ ਸਵਾਲ ਹੋਰ ਹੈ ਭਾਈ, ਦੇਖੋ ਹੁਣ ਤੁਹਾਡੇ ਤੇ ਫਰਜ਼ ਹੈ ਕਿ 5 ਨਮਾਜ਼ਾਂ ਤੁਸੀਂ ਪੜ੍ਹਨੀਆਂ ਨੇ, ਤੁਸੀਂ ਨਹੀਂ ਪੜ੍ਹਦੇ ਤੇ ਫਿਰ ਤੁਹਾਨੂੰ ਪਨਿਸ਼ ਕਿਤੇ ਨਾ ਕਿਤੇ ਹੋਣੀ ਹੈ। ਉਸ ਇਸਲਾਮ ਦੇ ਅੰਦਰ ਉਹ ਤੁਹਾਨੂੰ ਤੁਸੀਂ ਪਨਿਸ਼ ਕੀਤਾ ਜਾਣਾ, ਇਸ ਤਰ੍ਹਾਂ ਨਹੀਂ ਕਿ ਤੁਸੀਂ ਨਹੀਂ ਕਰ ਸਕਦੇ ਹੋਣਾ ਤੁਸੀਂ। ਲੇਕਿਨ ਦੁਨਿਆਵੀ ਵੀ ਅਸੀਂ ਅਗਰ ਇਸਲਾਮ ਦੇ ਤਰੀਕ ਦੇ ਵਿੱਚ ਬੜੀਆਂ ਐਸੀਆਂ अस्सलामु अलैकुम व रहमतुल्लाहि ਉਹਦੇ ਵਿੱਚ ਇਸਲਾਮ ਨੇ ਪਨਿਸ਼ ਕੀਤਾ ਹੋਇਆ ਆਪਣੇ ਲੋਕਾਂ ਨੂੰ। ਅਹਿਮਦ ਜੱਜ ਸਾਹਿਬ, ਇਹ ਸਾਰਾ ਅਮਲ ਜਿਹੜਾ ਹੈ ਅਸੀਂ ਬਗੈਰ ਅੱਜ ਦੇ ਦੌਰ 'ਚ ਕਿਸੇ ਸ਼ਖਸ ਦੀ ਬੈਤ ਦੇ ਥੱਲੇ ਰਹਿ ਕੇ ਕਰ ਸਕਦੇ ਹਾਂ ਨਾ ਭਾਈ। ਸਾਡਾ ਕਾਨੂੰਨ ਹੈ ਨਾ, 1 ਮਿੰਟ ਦੇंगे प्लीज। ਹੁਕਮ ਨਹੀਂ ਠੀਕ ਹੈ, ਮੈਂ ਉਹੀ ਕਹਿ ਰਿਹਾ ਆਰ ਅਹਿਮਦ ਭਾਈ, ਇਹ ਸਾਡਾ ਕਾਨੂੰਨ ਹੈ ਕਿ ਅਸੀਂ ਆਪਣੀ ਮਰਜ਼ੀ ਨਾਲ ਕਾਨੂੰਨ ਚਲਾਣਾ, ਕਿਸੇ ਦਾ ਕਹਿਣਾ ਨਹੀਂ। ਸਮਝ ਗਿਆ ਤੁਹਾਡੀ ਗੱਲ ਜੀ ਜੀ, ਮੈਂ ਸਮਝ ਗਿਆ, ਤੁਹਾਡੀ ਮਰਜ਼ੀ ਹੈ, ਤੁਸੀਂ ਜੋ ਮਰਜ਼ੀ ਕਰੋ, ਤੁਸੀਂ ਆਜ਼ਾਦ ਹੋ। ਮੈਂ ਨਹੀਂ ਕਹਿ ਰਿਹਾ ਇਸ ਲਿਹਾਜ਼ ਦੇ ਨਾਲ ਤੁਸੀਂ ਆਪਣਾ ਫੈਸਲਾ ਕਰੋ ਜੀ। ਗੱਲ ਇਹ ਵੇ ਕਿ ਇਸਲਾਮ ਯਾਨੀ ਕਿ ਕੁਰਾਨ ਔਰ ਅੱਲਾਹ ਤਾਲਾ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਹਦੀਸ ਮੁਬਾਰਕ, ਠੀਕ ਹੈ, ਉਸ ਤੋਂ ਬਾਅਦ ਕੋਈ ਤੀਸਰਾ ਸ਼ਖਸ, ਕੋਈ ਤੀਸਰੀ ਐਸੀ ਅਥਾਰਟੀ ਅੱਜ ਦੇ ਦੌਰ 'ਚ ਮੈਨੂੰ ਪਾਬੰਦ ਨਹੀਂ ਕਰ ਸਕਦੀ ਨਾ, ਮੈਂ ਤਾਂ ਉਹਦੇ ਮੁਤਾਬਿਕ ਚੱਲਾਂਗਾ। ਤੁਹਾਡੇ ਵਿੱਚ ਇੱਕ ਦੂਸਰੀ ਲੇਅਰ ਪਾਈ ਜਾਂਦੀ ਹੈ, ਇੱਕ ਸੈਕਿੰਡ ਲੇਅਰ ਜਿਹਨੂੰ ਕਹੀਦਾ। ਤੁਸੀਂ ਇਸ ਟਾਈਮ ਇੱਕ ਸ਼ਖਸ ਦੇ ਬੈਤ ਦੇ ਵਿੱਚ ਹੋ, ਬਕਾਇਦਾ ਲਿਖੀ ਪੜ੍ਹੀ ਬੈਤ ਜਿਹੜੀ ਹੈ, ਠੀਕ ਹੈ, ਔਰ ਉਹਦਾ ਇੱਕ ਬਕਾਇਦਾ ਆਪਣੀ ਇੱਕ ਲਾਈਨ ਹੈ, ਆਪਣਾ ਇੱਕ ਫਹਿਮ ਹੈ। ਉਸ ਫਹਿਮ ਤੋਂ ਹਟ ਕੇ ਤੁਸੀਂ ਨਹੀਂ ਸੋਚ ਸਕਦੇ। ਅਫਕੋਰਸ ਤੁਸੀਂ ਸੋਚ ਸਕਦੇ ਹੋ, ਮੈਂ ਨਹੀਂ ਕਹਿ ਰਿਹਾ, ਤੁਸੀਂ ਆਜ਼ਾਦ ਹੋ, ਲੇਕਿਨ ਫਿਰ ਤੁਸੀਂ ਉਹਦੇ ਵਿੱਚ ਨਹੀਂ ਰਹੋਗੇ, ਉਸ ਬੈਤ ਦੇ ਵਿੱਚ। ਮੇਰੇ ਵਾਸਤੇ ਇਹ ਮਸਲਾ ਹੈ ਕਿ ਮੇਰੇ ਵਾਸਤੇ ਇਹ ਆਜ਼ਾਦੀ ਹੈ ਕਿ ਮੈਂ ਇਸਲਾਮ, ਉਸ ਤੋਂ ਬਾਅਦ ਮੈਂ ਯਾਨੀ ਕਿ ਕੁਰਾਨ ਔਰ ਹਦੀਸ ਤੋਂ ਬਾਅਦ ਮੈਂ ਕਿਸੇ ਤੀਸਰੇ ਸ਼ਖਸ ਦੇ ਪਾਬੰਦ ਨਹੀਂ ਹਾਂ ਕਿ ਮੈਨੂੰ ਆਪਣੀ ਲਾਈਨ ਟੋ ਕਰਕੇ ਦੇਗਾ ਕਿ ਵੀ ਇਸਲਾਮ ਦੇ ਪਾਬੰਦ ਹੋ ਤੁਸੀਂ ਕਿ ਨਹੀਂ, ਇਸ ਤੋਂ ਹਟ ਕੇ ਨਹੀਂ। ਨਹੀਂ ਆਰ ਅਹਿਮਦ ਭਾਈ, ਇਸਲਾਮ ਦੇ ਪਾਬੰਦ ਹੋ ਕੇ ਨਹੀਂ, ਲੇਅਰ ਰਹੀ ਹੈ ਇਸਲਾਮ ਦੇ ਪਾਬੰਦ ਹੋ ਕੇ ਨਹੀਂ, ਬਿਲਕੁਲ। ਲੇਕਿਨ ਮੈਂ ਇਸਲਾਮ ਦੀ ਤੁਸੀਂ ਹੁਣ ਜ਼ਨਾ ਕਰਦੇ ਹੋ, ਤੁਸੀਂ ਹੁਣ ਜ਼ਨਾ ਕਰਦੇ ਹੋ, ਇਸਲਾਮ ਨੇ ਤੁਹਾਨੂੰ ਪਨਿਸ਼ ਕਰਨ ਦਾ ਕਿਹਾ ਕਿ ਨਹੀਂ ਕਿਹਾ? ਚੋਰੀ ਕਰਦੇ ਹੋ ਤੇ ਇਸਲਾਮ ਨੇ ਤੁਹਾਨੂੰ ਪਨਿਸ਼ ਦਾ ਕਿਹਾ ਕਿ ਨਹੀਂ ਕਿਹਾ? ਅੱਛਾ, ਉਹ ਪਨਿਸ਼ਮੈਂਟ ਹੋਏਗੀ ਕਿ ਨਹੀਂ ਹੋਏਗੀ ਜਾਂ ਤੁਸੀਂ ਦੇਣੀ ਹੈ? ਨਹੀਂ, ਉਹ ਪਨਿਸ਼ਮੈਂਟ ਦੇਣੀ ਕਿੰਨੇ? ਨਿਜ਼ਾਮ ਨੇ, ਨਿਜ਼ਾਮ ਨੇ, ਨਿਜ਼ਾਮ ਠੀਕ ਹੈ ਠੀਕ ਹੈ ਜੀ, ਠੀਕ ਹੈ ਠੀਕ ਹੈ ਠੀਕ ਹੈ ਜੀ। ਉਸ अहमद भाई 1 मिनट, अहमद भाई 1 मिनट देंगे प्लीज। जी जी सर, मैं आमिर नज़ीर भाई की बात से ही शुरू करना चाहूँगा यहाँ पे उन्होंने ख़त्म की थी। अहमद भाई, दीन इस्लाम के अंदर हुज्जत कौन है? काफी हो गया, काफी हो गया, मैं काफी 2 मिनट बस, ज्यादा से ज्यादा 4 या 5 मिनट लूंगा, इससे ज्यादा नहीं लूंगा आपके। दीन इस्लाम में हुज्जत कौन है? ओ भाई, हुज्जत कोई भी हो, इससे क्या सरोकार है आपको? नहीं, दीन इस्लाम के अंदर क्या सरोकार है इसमें? अहमद साहब, क्या है इसमें सरोकार आपको? आप कहना क्या चाहते हैं बताएं। तो आपका इख्तलाफ किस बात पे है? मेरा तो कोई नहीं है। तो आप कुरान के ऊपर बात करना चाह रहे हैं ना, इसलिए मैं तो नहीं करना चाह रहा। मैं तो नहीं करना चाह रहा। हुज्जत कौन है? मैं नहीं करना चाह रहा। नहीं करना चाह रहे? नहीं। तो फिर असूल नहीं रखे ना सर के कौन सा असूल रखा है? उसका फहम जो है ना, वो इसका फहम लेंगे। भाई, किसने बात की है? किसने बात की है? आप किसी बात का पता है? जी सर, मैं सुन रहा था, इसी वजह से सुन रहे थे ना। आपको किसी बात का पता ही नहीं है, ऐसे ही आके बीच में सवाल करने शुरू करते हैं। चलें, कुरान का फहम किससे लेंगे? अहमद भाई, अब छोड़ दें, आप आर अहमद को भाई को बात करने दें, आप छोड़ दें आप बात। नहीं, हर बंदा उठ के ऐसे सवाल कर रहा है। भाई, बता दिया है कि हर एक दुनिया का जो भी निज़ाम है ना, उसके अंदर अगर आपने रहना है तो फिर उसको फॉलो करना पड़ेगा। अगर आप फॉलो नहीं करेंगे आपको पनिश होना पड़ेगा। अगर आप वो नहीं करते तो उसका दूसरा हल ये होता है कि आप उसको छोड़। सर, दुनिया के निजाम की नहीं, दीन इस्लाम की बात हो रही है। दीन इस्लाम की मैंने बताई है, दीन इस्लाम की बताई है आपको कि आप ज़ना करते हैं तो दीन इस्लाम में पनिश किया जाएगा कि नहीं किया जाएगा? बताएं सर, दीन इस्लाम में हुज्जत, दीन इस्लाम में ये है कि नहीं? बताएं। दीन इस्लाम में पहले ये बताएं, हुज्जत कौन है? भाईजान, मैंने जो पूछा है उसका जवाब देना। अब आप मैं कैसे दूं जब आपको यही नहीं पता? इसमें अहमद साहब, आप जवाब क्यों नहीं दे सकते? मैंने सारे जवाब देने हैं। पहले ये आप जवाब देना। इस्लाम में आप ज़ना करेंगे तो आपको पनिश होगा कि नहीं? असूल तो बनाए पहले। भाई, असूल बनाते हैं ना, चलो अभी असूल बनाते हैं। बताओ कौन करेगा, कौन करेगा पनिश आपको? आपके नजदीक हुज्जत कौन है, किसकी मानेंगे? मैंने जो पूछा है वो फारसी में नहीं पूछा, उर्दू में पूछ रहा हूं आपसे। मानेंगे मैं आपसे उर्दू से पूछ रहा हूं, उर्दू में पूछ रहा हूं ना, बताएं ना। तो सर, मैं भी इंग्लिश में आपने ज़ना कर लिया है, ठीक है, क्या आपने इधर लिख लगाया हुआ है कि मैंने आपको जवाब ही देने हैं, सवाल नहीं करना आपको?
سوال کر رہا ہوں، جواب نہیں، دیں، اب ہمت کریں کیونکہ نا، آپ کا اصول ہی نہیں ہے. ہمت اصول کریں نا، بنائیں پہلے. ہمت کریں، جواب دیں. ابھی آپ کا نظام پہلے جو ہے میں نے اصول بکھاڑ کے بنے رکھ گا، دینا ہے. پھر اس کے اوپر ابھی بات بچھاڑ ہوگی کے نا. نہ رکھا پھر کہنا ابھی نظام، نہیں، آپ پھر بچھاڑ نیچے ہی نہیں نہیں سکتے، اتارنا آپ مجھے. کا اصول ہی نہیں ہے. عامر نذیر صاحب سن رہے ہو نا، بلال حنیف صاحب تھلے نہیں پھر لانا مینوں. ہونی میں نظام دے اتتے 10 گلاں کراں گا، ٹھیک ہے، میں ویکھاں گا چلیں آپ کہ بتائیں تسی دین آزاد ہو اسلام کہ میں نہیں ہے. حجت کون ہے، بات آگے کرتے ہیں نا، بتائیں. بھائی آگے کرتے ہیں، میں 10 چیزیں پوچھوں گا، میں پھر پوچھوں گا کہ آپ کو اس کے سر اندر، اس آپ دائرے کے اندر 101 آپ ہیں کہ نہیں پوچھیں، ہیں. لیکن صرف مجھے 10 سب چیزیں. سے پہلے یہ بتائیں سب دین سے پہلے یہ اسلام میں بتائیں کہ حجت کون آپ ہے. نے زنا کیا ہے، آپ پنش ہوں گے کہ نہیں ہوں گے، بتائیں آپ کس کا فیصلہ مان کے، ہیں. کس کا فیصلہ مان کے؟ او بھائی فیصلہ کسی کا بھی ہے، چھوڑو، وہ نظام ہے نا. نظام نہیں، دین نظام ہی ہے اسلام نا، کے دین اندر اسلام نظام حجت نہیں ہے. کون ہے؟ دین اسلام نظام نہیں ہے. آپ اس یہ میں کہنا چاہ حجت رہے ہیں کون ہے؟ اس بھائی، میں یہ کہنا حجت چاہ کون رہے ہے؟ ہیں نا، آپ کے نزدیک یہ ہے کہ وہ دین اسلام جو ہے وہ ایک نظام نہیں ہے. اس میں حجت کون بھائی ہے؟ کوئی بندہ آزاد نہیں ہے. یہ گولیاں کہیں اور جا کے بیچو. ہر بندہ جو ہے کسی نہ کسی جگہ پہ باؤنڈ ہے. اگر اس کو اس سسٹم کے دین اندر اسلام رہنا کس ہے کا باؤنڈ ہے؟ تو پھر اس سے نظام. او بھائی باؤنڈ ہو نا، کھلے آزاد. تم کس شراب کے؟ پیو، کیوں نہیں پیتے؟ کس کے کھلے باؤنڈ ہے؟ کھلے بات سنو، تم کھلے آسمان باؤنڈ کے کس کے نیچے ہیں؟ اوپنلی شراب پیو، اوپنلی زنا کرو، اوپنلی چوری کرو. بھائی کیوں نہیں کرتے؟ کیونکہ تم آزاد نہیں ہو. اگر تم باؤنڈ کس آزاد کے ہو ہیں؟ تو تم ہر قسم اگر تم آزاد ہو تو تم ہر کام کر سکتے ہو. اگر سر تم باؤنڈ کسی کس کے ہیں، نظام کے نام تحت ہو، بتائیں. کسی بھی نظام کے تحت، تو پھر تمہیں اس نظام کی بات ماننی پڑے گی. اگر نہیں مانو گے وہ تمہیں پنش کریں گے، ٹھیک ہو گیا. جہاں نظام تم میں کس اس کی مذہب بات سے سائڈ مانوں سے ہو دین جاؤ گے. اسلام بس. میں؟ کس کی بات مانوں دین اسلام میں؟ اور بھائی کسی کی بھی مانو. ایک عامر نذیر کی بات کر لیتے ہیں، اس کا ایک نظام ہے، اس کی تم نہیں بات مانو گے تمہیں پنش کرے گا، نہیں تو اٹھا کے باہر مارے گا، دین یا تم خود باہر نکل اسلام جاؤ گے. میں بس. دین اسلام میں میں دین کسی کی بھی اسلام ایک بات مان نظام کا سکتا ہوں. نام ہے. دین اسلام کس نے ایک بنایا نظام ہے؟ کا نام ہے. کس نے پیش کیا ہے؟ بھائی کسی نے بھی پیش کیا ہے. رسول کریم صلی اللہ علیہ وسلم کے علاوہ بھی کوئی ہوتا تو جب اس آپ نے کو یہ بھی علم ایک نہیں نظام ہے، پیش آپ کرنا دین تھا. اسلام کے اوپر اس سے بات پہلے کریں بھی گے، جو آپ کو یہی نہیں 1,34,000 پتا دین پیغمبر آئے اسلام ہیں، میں انہوں نے حجت اپنا کون ہے. ایک نظام پیش کیا دنیا کے سامنے. میں اگر دین نظام نہیں اسلام ہو کی تو بات کر ختم ہو رہا جائے ہوں، دنیا. اس میں دنیا صرف حجت کون نظام ہے؟ کی وجہ سے چلتی ہے. ہاں یہ ہو سکتا ہے جس طرح کرسچنوں کو اعتراض ہے اسلام کے نظام کے اوپر، ٹھیک ہے نا، اجازت دو میں 10 چیزیں رکھ دیتا ہوں، پھر دیکھتا ہوں کہ ان کے نزدیک یہ نظام آپ ٹھیک ہے کہ نہیں ہے. 101 رکھیں، لیکن پہلے مجھے یہ پہلے مجھے بتائیں نہیں، کہ مجھے یہ دین بتائیں کہ اسلام کرسچنوں میں کے حجت نزدیک کون ہے. اگر اسلام کا اتنا ہی اچھا نظام ہے تو اس کے اندر آ جائیں سارے. کیوں اس نہیں کو آتے؟ کس کی بات ان کو پیش نہیں کروں؟ نظام پسند کرسچینٹی نا. کو؟ بھائی نہیں، یہی بات ہے کہ کرسچینٹی ان کو کو کس نظام کی نہیں بات پسند، پیش کروں؟ پابندی نہیں کس کی پسند. بات پیش کروں دین بھائی کسی کی کرسچینٹی بات کو؟ تم پیش نہ کرو. میں یہ کہہ رہا ہوں کہ نظام جو ہے ہر ایک انسان نے، جو نبی آیا یا اس دنیا کے اندر بھی جہاں پہ بھی آپ ہیں، آپ کو نظام کو فالو کرنا دین پڑتا ہے. محمدی صلی اللہ علیہ وسلم میں کون سا نبی آیا ہے؟ ہیں؟ دین محمدی صلی اللہ علیہ وسلم میں کون سا نبی آیا ہے؟ قیامت تک انشاءاللہ نبی آتے رہیں گے. اس کا فیصلہ کون کرے گا؟ ہمیں ضرورت نہیں ہے فیصلہ کروانے کی. تو پھر آپ سے بات کرنے کی بھی ضرورت نہیں ہے. جس کے پاس اصول ہی نہیں ہے وہ بات کیا کرے گا؟ نہ کرو. میں نے کون سا کہا؟ آپ نے جزاک سٹارٹ کیا. اللہ میں خیر. تو آپ نہیں، سے میں بات کرتا کرنا ہی چاہ ہی نہیں نہیں سر. تھا. جزاک ابھی اللہ خیر. نظام کے اوپر اللہ 10 حافظ. سوال میں نے کرنے ہیں تو آپ نے پھر ادھر شاطمیت کا لیبل تھوپ کے مجھے کہنا کہ چلو بھی نیچے. 10 تک تو میں نے جانا نہیں، دوسرے تک جانا ہے اور مجھے نیچے گرا دینا ہے. تو نظام پہ آپ کا جب دل کرے آ جائیں، ٹھیک ہے. آپ اپنی براڈ لگا لیں، میں ادھر آ جاؤں گا، یا میں لگا لوں گا، ادھر آ جائیں گے. ٹائم رکھ کے، ٹھیک ہے، سر میری ٹائم براڈ رکھ نہیں، کے. کسی نظام مسلمان کے کی اوپر براڈ کوئی کے مائکا اوپر نہیں لال جانا چیلنج ہے، ہے میرا اصول کہ کے اوپر جانا ہے. اصول کے اوپر بات کریں گے، ٹھیک ہے. میرے ساتھ ابھی بنا ڈبیٹ لیں. کر لو اور حجت مجھے بتائیں یہ کون ہے بتانا دین کہ تم اسلام میں؟ نظام جو ہے وہ نظام کیسے چلتا ہے. ابھی چلیں نا. احمد نذیر اب بھی بھائی آپ چل کے رہے ساتھ ہیں، بیٹھے ابھی ہیں. آپ کے پاس بتائیں کچھ نہیں حجت ہے. کون ہے دین اسلام اب میں؟ بھی آپ کے دین پاس اسلام کچھ میں نہیں حجت ہے. کون ہے؟ کچھ نہیں ہے آپ کے پاس، کچھ نہیں ہے. میں ہم کہہ رہا ہوں نا، چھوڑتے ہی نہیں ہے کسی کے پلے، یہ بولا کریں. رہ ہی نہیں گیا آپ کے پلے کچھ، تو خود ہی مان رہے ہو.
जो इंसान इतना कासिर हो कि यही ना बता सके कि उसके दीन के अंदर हुज्जत कौन है, वो बात करेगा। मशहूरी करो बस बैठ के। बिलाल साहब तुसी मौजूद हो? ये ब्रॉड पे खामोशी होगी, ये ब्रॉड पे खामोशी होगी कि सिग्नल का प्रॉब्लम है? नहीं आवाज आ रही है अवैस सिग्नल भाई। का नहीं है, वो ढूंढ रहे हैं कि उस जुबान के चस्के वाला बंदा मिल जाए जिससे 2-3 घंटे बैठ के जो है ना बस बहस हो सके। इसमें अहमद बस वो भाई यही उनको चाहते हैं खामोश और ही कुछ रहने भी दो, नहीं। आपकी मेहरबानी, वो खामोश है तो उसे खामोश ही रहने दो यार, ना ऐसे नहीं, क्यों आप जज़ाकल्लाह है जानबूझ सर, मेरे को नहीं है, मैं जा रहा हूँ सर, जज़ाकल्लाह है। उनको उसको खामोश रहने दें, अगर एक बंदा खामोश है तो यार। नोवर्ड भाई मौजूद हैं आप? जी मैं तो मौजूद हूँ। सुनाएं, आपका कोई एक डिबेट का बन रहा था, कब है? मेरी डिबेट? नहीं, वो आप कोई कोशिश कर रहे थे कल, वो नहीं आप अभी, शायद मैं सुन रहा था। वो नहीं बना, वो कोशिश तो की है, वो उधर नहीं, वो है मंडे वाले दिन, एक तो शाहिद भट्टी साहब की ब्रॉड पे है, अच्छा तो अच्छा, किस वो किस की है? मंडे, वो है इम्तियाज साहब की है और राजा ताउल मनान साहब की है, इन दो लोगों की। किस चीज़ पे है? कौन सा मौजू है? ये मौजू यार मैंने ना सुन नहीं सका असल में, मैं मुझे उस दिन नींद आ गई, मैं बैठा तो ऊपर ही हुआ था, लेकिन वो मैं एकदम उतर गया और फिर मुझे याद भूल गया, तो वो अभी मौजू तो मुझे याद नहीं है, लेकिन वो उसका डेकोरम बड़ा और है। डेकोरम ये है कि सेम क्वेश्चंस जो है वो, जो होस्ट है वो, होस्टिंग जो भी होस्ट करा होगा या मोड करा होगा उसको, सेम क्वेश्चन वो इम्तियाज साहब से आधा घंटा पूछेंगे, सेम क्वेश्चन वो ताउल मनान साहब से पूछेंगे, तो मतलब वो बंदा पता नहीं अब ये इसको पूछेगा मुझे कौन? समझ नहीं आई। पूछेगा कौन, मैंने कहा? वो मतलब इधर से मतलब जमात अहमदिया की साइड से को पूछेगा। शायद भट्टी साहब पूछेंगे। शाहिद नहीं नहीं, शाहिद भट्टी साहब नहीं पूछेंगे, हो सकता है जवाद साहब पूछें, हो सकता है ताउल मनान साहब पूछें। अच्छा ये मैं बताता हूँ, ये ना थोड़ा सा इस इन्होंने डिफरेंट टाइप का इस टाइम करने के लिए बोला ना कि ताउल मनान साहब, फ़तेह इस्लाम साहब, अंसर रज़ा साहब, तीन लोग हो गए, एक इधर से जमात अहमदी से और तीन लोग इधर साइड से, इम्तियाज़ साहब, नाइट राइडर और एक और, एक और हैं वो भी राइडर ही हैं, कोई पता नहीं, ब्राइट ब्राइट स्टार, ब्राइट स्टार साहब, ये तीन तीन जो हैं वो तीन तीन होंगे, और फिर क्वेश्चन कौन करेगा ये तो अभी डिसाइड नहीं, मुझे पता अभी नहीं हुआ शायद, तो ये पूछना पड़ेगा। एक 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 बंदा नहीं सामने जाता, तुसी तीन तीन पा लेने। तौबा तौबा, दुनिया का सबसे मुश्किल काम है दो लोगों को, ये दो ऑपोजिट लोगों को साथ अस्सलाम बिठाना। वालेकुम। अस्सलाम वालेकुम अवैस भाई। वालेकुम सलाम। यार अवैस भाई, अभी आप इतनी देर से सुन रहे थे जो बातचीत हो रही है जट साहब की या इसमें इनकी हुई, आर साहब की हुई, यार ये सारे क्या सारे जहनी मरीज होते हैं? कि कोई वाटर बात साहब, का कोई कोई नहीं वाटर को छोड़ो ना, ये अभी जो जट साहब बैठे हुए हैं, कहाँ की बात कहाँ गई, कहाँ से कहाँ गई, गली इस गली वो कोने, इधर से इधर इधर, मतलब ये जहनी मरीज होते हैं किस तरह यार, ये सोचते हैं किस तरह, बोलते हैं, इनको समझ होती है? मैं सिर्फ मुझे बोलना भी नहीं आता है, मतलब सालम अल्लाह ताला ने अकल शऊर तो दिया ना कि सामने क्या बात हो रही है, क्या ये मंजन चुरानी बेचते रहेंगे? बात ये है कि देखें, अगर आप किसी को ज़हनी मरीज़ कहते हैं ना, पहली बात ये है कि वो आपके घर में आए हुए हैं, तो एक तो चले ये सॉरी, बात है, चले ये लफ्ज़। चले माजरत में अल्फाज वाकई ले लेता हूँ, बाकी मैं ये जो बातें हैं तो ये देखें ना, ये एक मदारी खेल है, मदारी तो कह सकते हैं ना, या क्योंकि मेरे पास अल्फाजों की थोड़ी कमी है, क्योंकि रेगुलर तालीम तो नहीं है, फिर भी मैं जो समझ पाया हूँ, ये भी मदारी नहीं होते हैं, जब आपने शायद आपकी उम्र तो इतनी है, हमारी है ना, तो ये जो कहाँ से कहाँ घुमा कर जो है ना अपना मजमा इकट्ठा करते थे, बात कहाँ की होती थी, कहाँ ले जाते थे, मतलब वही क्या इनमें सारे यही होते हैं।
نہیں احمد بھائی ایسا دیکھیں بات یہ ہے کہ ایک جماعت یہ کھڑی ہے اور ایک کمیونٹی، ایسا نہیں ہے، ہم کسی کو یہ نہیں کہہ سکتے ہمارا اختلاف جو ہے وہ عقیدوں پہ اختلاف ہے ایک دوسرے سے نا. دیکھیں انسانیت سے نفرت نہیں کی جا سکتی، انسان سے نفرت نہیں کی جا نہیں سکتی. میں اللہ نہ کرے، اللہ میری نہ باتیں کرے، میں نے سمجھیں. نفرت. ہاں میں بتاتا ہوں، دیکھیں ہمیں اویس بھائی آپ میری اب آپ بات جو کا بات کر رہے ہیں، دیکھیں وہ جو سمجھتے ہیں احمد صاحب جو سمجھتے ہیں، انہوں نے وہ عقیدے بنائے ہیں اور ان کے پاس یہ یس اختیار ہے کہ وہ یس جو بھی نہیں سمجھتے ہیں وہ نہیں عقیدہ بنائے میں اپنا. بات عقیدے کی تو ہو ہی نہیں رہی نا ابھی. کہاں سے مطلب بات کہاں سے چلی تھی، کدھر سے چلی، کدھر گئی، کدھر آ کے رکی، کہاں سے جواب، احمد کوئی بھائی اس کے مطلب ساتھ کچھ. ساتھ کوئی گیا بھی تو ہے نا، خالی یہ نہیں کہ وہ اکیلے تھوڑی ہیں، ان کے ساتھ جو دوسرا گیا تو اس کا مطلب جو اچھا ان کو احمد لے صاحب، کے آپ گیا نے ہے. مداری کہا ہے، میرا خیال آپ جو تھے وہ بندر والا کردار ادا کر رہے تھے نیچے بیٹھ کے. چلیں کوئی بات، ہاں کوئی نہیں مسئلہ کوئی نہیں ہے، بات آپ گھر نہیں، آئے مہمان ہیں، الفاظ اصل میں وہ کوئی مسئلہ نہیں ہے، بعض کوئی دفعہ ہو مسئلہ جاتے نہیں ہیں ہے. ایسے تو. نہیں مطلب میں ابھی کوئی تک مسئلہ نہیں، میں نے مجھے تو کہا آپ میں نے تو وہ ابھی تک بندر کے یہی دیکھا ناچنے ہے والا کہ کردار ادا کر رہے تھے نا. ڈبیٹ کوئی مسئلہ نہیں ہے، ڈبیٹ ہم کیا نیچے مطلب، بیٹھے ہوئے تھے نا. اتنے آپ ڈبیٹ بھی جاہل نہیں ہو رہی ترین ہے، بندے بات ہیں، ایک اتنے چھوٹی سی. جاہل چلیں ترین چلیں آپ وہ بندے تو ہیں مرزا صاحب، جس کا حساب وہ کوئی نہیں. جی 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 وہ تو میں مجھے نے نظر آ ایکسیپٹ گیا کیا نا. ہے کہ اویس بھائی ایک کو کہا نا جاہل میں کو نے، یہ نہیں لیکن وہ پتا کہ طالب ہی میں نہیں ایک ہے. بندے سے بات کر رہا اویس تھا صاحب، اور اندر 5 ایمبولینسیں آئی ہیں، تو وہ جاہل بندہ ہاں آ کے ہاں کسی کو ایسی یہ بات دیکھ لیں کہے. نا، آپ نے ساری اس کا ایمبولینسوں بندر کو والا بھگا دیا کام ہوتا کیونکہ ہے، ناچنے والا. ٹھیک آپ ہے، نے وہ مداری والا بندر تماشا والا آپ نے لگایا ہوا کام تھا، کیا ہے کہ سارے نیچے چلے گئے، شریف نیچے انسان ہم سارے آپ کو چلے گئے. نچا رہے تھے اور آپ ناچ رہے ਚਲੋ تھے. ਇੰਜ ਕਰੋ ਕਿ ਇੱਥੇ ਰੁਕ ਜਾਓ, ਇਸ ਤੋਂ ਪਹਿਲੇ ਕਿ ਹੁਣ ਅਗਾਂ ਚੋਖਾ ਕੰਮ ਗਰਮ عامر ਹੋਵੇ بھائی ਨਾ. معذرت عامر بھائی. ਰੁਕ ਜਾਓ نہیں، ਮਿਹਰਬਾਨੀ. معذرت بندر کو معذرت کرنے کی ضرورت ہی نہیں ہوتی. ਜੱਟ ਸਾਹਿਬ ਤੁਸੀਂ ਛੱਡ ਦਿਓ ਨਾ, ਜੱਟ ਸਾਹਿਬ ਹੁਣ ਉਹਨਾਂ ਨੇ ਨਹੀਂ, ਉਹਨੂੰ ਤਮੀਜ਼ ਹੀ ਕੋਈ ਨਹੀਂ ਬੋਲਣ ਦੀ ਬਈ ਇੱਕ ਤੁਹਾਡੇ ਨਾਲ ਗੱਲ ਹੋਣ ਡਈ, ਤੁਸੀਂ ਵਿੱਚ ਬਰਾਬਰ 4 ਬੰਦੇ ਆ ਗੱਲ ਕੀਤੀ, ਉਹਨਾਂ ਨਾਲ ਬਰਾਬਰ ਗੱਲ ਹੋ ਗਿਆ ਕੀਤੀ ਨਾ ਆ ਸਾਹਿਬ ਕੇ ਗੱਲ. ਉਹਨੇ ਜ਼ਹਿਨੀ ਮਰੀਜ਼ ਕਿਹਾ ਹੋਵੇ. ਤੁਸੀਂ ਵੀ ਜਵਾਬ ਦੇ ਲੈਣਾ ਜੱਟ ਸਾਹਿਬ, ਜੇ ਤੁਸੀਂ ਉਹਨਾਂ ਨੇ ਕੋਈ ਗੱਲ ਐਸੀ ਜਵਾਬ ਕਹੀ ਕੀ ਦੇ ਲਿਆ, ਉਹ ਉਸ ਬੰਦੇ ਨੇ ਗੱਲ ਕਿਉਂ ਕੀਤੀ ਹੈ, ਮਤਲਬ ਤੁਹਾਡੇ ਨਾਲ ਕਿੰਨੀ ਤਮੀਜ਼ ਨਾਲ ਗੱਲ ਕਰ ਰਿਹਾ ਵਾਂ. ਉਸ ਤੋਂ ਬਾਅਦ ਤੁਹਾਡੇ ਹੀ ਬਰਾਬਰ. ਬੰਦੇ ਵਿੱਚ ਨਾਲ ਸ਼ੁਰੂ ਹੋ ਗਏ ਸਨ, ਹਾਲਾਂਕਿ ਮੈਂ ਮੈਂ ਤੇ ਤੇ ਇਸੇ ਗੱਲੋਂ ਆਰਾਮ ਨਾਲ ਚੁੱਪ ਗੱਲ ਕਰ ਕਰ ਰਿਹਾ ਗਿਆ, ਸਾਂ. ਮੈਂ ਤੇ ਇਸੇ ਗੱਲੋਂ ਚੁੱਪ ਕਰ ਗਿਆ ਹਾਂ, ਕਿ ਜੇ ਮੈਂ ਕਿਸੇ ਨੂੰ ਕਈ ਐਨੇ ਐਸੇ ਬਲਾਲ ਹਾਰਦੇ ਉਹਨਾਂ ਨੂੰ ਮੈਂ ਹਾਰਸ਼ਲੀ ਵੀ ਟ੍ਰੀਟ ਕਰਕੇ ਖਮੋਸ਼ ਕਰ ਲੈਂਦਾ ਵਾ. ਕਈਆਂ ਨੂੰ ਮੈਂ نہیں ਆਖਦਾ, ਮੇਰੇ ਨਾਲ ਇਹ ਗੁੱਸਾ ਫਿਰ ਮੈਂ ਚੁੱਪ ਕਰ ਗਿਆ. ਮੈਂ ਕਿਹਾ ਚਲੋ ٹھیک. عامر بھائی قطع کلامی معذرت. عامر بھائی میں الحمدللہ آپ 55-56 سال کے، میں 60 سال کا ہوں. مداری کے آپ نے بھی دیکھے ہوں گے نا، جب وہ شروع کرتا ہے تو کہاں سے شروع میں نے کرتا ہے بڑے کہاں لے دیکھے جاتا ہیں، ہے، مطلب 60 پتہ ہی سال نہیں کے بھی ہوتا. بندر سنیں دیکھے ہیں میں نے، اویس 80 سال دیکھیں کے بھی احمد صاحب، بندر احمد دیکھے صاحب میں ہیں جن عامر کو بھائی سے 80 سال جی کے جی بعد عامر بھی شرم نہیں ایک آتی، منٹ جٹ صاحب ہوں میں 60 موجود سال ہاں. کی عمر کے عامر اندر بھی ان بندروں کو شرم نہیں آتی عامر جٹ بھائی صاحب میں آپ جٹ سے صاحب بات ਤੁਸੀਂ کر رہا ہوں ਠੰਡੇ نا، ਰਹੋ. بھونکنا ਤੁਹਾਡੇ شروع ਬਾਰੇ کر ਕੋਈ دیتے ਗੱਲ ہیں ਨਹੀਂ آ ਕਰਦੇ, کے. میں آپ ਤੁਹਾਡੇ کی بات ਬਾਰੇ ہی نہیں ਕੋਈ کروں گا ਗੱਲ نہیں یونس صاحب، ਕਰਦੇ. ਤੁਸੀਂ ਠੰਡੇ ਰਹੋ, نہیں ਰਿلیکس کروں گا. ਰਹو, ਤੁਹਾਡੇ ਬਾਰੇ ਗੱਲ نہیں ਕਰਦੇ. مطلب باتیں جو ہوتی ہیں نا وہ کس طرح گھماتے ہیں، تو میں مطلب یہ مطلب میں نے محسوس کیا، تو میں نے عابد صاحب سے کیا بات کی بات اس کیا لیے ہو رہی کہی. تھی آپ کو پتا چھوڑ ہے؟ دے کوئی بات نہیں. آپ کو پتا ہے کیا جی ہم بات کر رہے تھے؟ ان کہاں کا سے بھی کہاں جی کون لے جی کے گیا، جو بھی کون وہ لے کے گیا؟ یہ ابھی ایک منٹ عامر یار بھائی کر میں دیں گے دیتا اس کا ہوں جواب. تبصرہ. جٹ صاحب میں جواب جو وہ فالو کرتے ہیں، جس طرح سے فالو کرتے ہیں، وہ باتوں کو گھماتے ہیں یا سیدھا رکھتے ہیں، وہ ان کی چوائس ہے. ہمیں نہیں کیا ਅਮਨ یہ ਸਾਹਿਬ ਕਿਹੜੀ ਗੱਲ, اگر کوئی ਤੁਸੀਂ ਵੀ بندہ ਗਲਤ ਗੱਲ گھمائے ਨਾ کرੋ ਨਾ. ਗੱਲ ਇਹ ਹੈ ਕਿ ਕਿਹੜੀ ਗਲਤ ਗੱਲ ਕੀਤੀ, اگر ਦੱਸੋ کوئی ਕਿਹੜੀ گھمائے ਗੱਲ تو ਮੈਂ بھائی ਘਮਾਈ ਏ. ہماری کوئی ذمہ ਦੱਸ داری ہے ਦਿਓ، نا، ہماری کوئی ذمہ ਇੱਕ داری ਦੱਸੋ. ہے نہ گھمانے دینا. ہم اگر ماہر ہیں تو اگر کوئی گھماتا ہے اس کو نہ گھمانے دیں. یہ کوئی بحث والی گل ہی نہیں ہے. ਨਹੀਂ ਮੈਂ ਘਮਾਈ ਏ ਕੋਈ ਗੱਲ, ਅਸੀਂ ਤੇ ਮੈਂ ਬਹਿ ਕੇ ਕਹਿੰਦਾ ਸਕੂਨ اگر ਦੇ کوئی ਨਾਲ ਇੱਕ ਦੂਜੇ گھمائے کو بھی ਸਮਝਣ اگر ਦੇ ਆ, کوئی ਗੱਲ ਕਰ گھمائے ਰਹੇ بھی ਆ. تو ਸਾਡਾ ਜਿਹੜਾ ਮੁਤਕਲਮ ਹੈ ਉਹਦੀ ਜ਼ਿੰਮੇਵਾਰੀ ਹੈ ਨਾ ਕਿ ਉਹ ਕੰਟਰੋਲ ਕਰੇ, ਉਹ ਮੁਖਾਲਫ ਨੂੰ ਨਾ ਘੁਮਾਉਣ ਦੇਵੇ. ਇਹ ਤਾਂ ਕੋਈ ਐਸੀ ਵੈਸੀ ਗੱਲ ਨਹੀਂ. ਉਹ ਵੀ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਕਿ ਤੁਸੀਂ ਗੱਲਾਂ ਨੂੰ ਘੁਮਾਉਂਦੇ ਹੋ, ਤੇ ਜਿਹੜਾ ਇਲਜ਼ਾਮ ਲਾਉਂਦਾ ਹੈ ਉਹ ਗਲਤ ਕਰਦਾ ਹੈ. ਉਹ ਜਿਹੜਾ ਘੁਮਾਉਂਦਾ ਹੈ ਉਹਨੂੰ ਡੱਕ ਕੇ ਰੱਖੇ, ਨਾ ਘੁਮਾਉਣ ਦੇਵੇ, ਉਹਨੂੰ ਬੰਨ ਕੇ ਜੁੱਟ ਕੇ ਰੱਖੇ. ਔਰ ਰਾਜਾ ਸਾਹਿਬ ਦੇਣਾ ਤੁਸੀਂ $1000 ਕੇ ਕੋਨੀ, ਥੱਲੇ ਹੀ ਆ ਕੇ ਘੋੜੇ ਦੜਾਉਂਦੇ ਰਹਿੰਦੇ, ਉਤਾਂ ਮਰੋ. ਕੀ ਸਲਾਹ ਹੈ ਹੁਣ? ਦੇਖੋ ਫਿਰ ਆਸਤਾ ਆਸਤਾ ਗੁੱਸਾ ਤੁਹਾਨੂੰ ਲੱਗਣ ਸ਼ੁਰੂ ਹੋ ਜਾਣਾ ਹੈ. ਇਹ ਤਾਂ ਅਸੀਂ ਕੁਝ ਨਹੀਂ ਕਹਿ ਰਹੇ. ਉਹ ਇੱਥੇ ਯਾਦ ਆ ਗਿਆ ਮੈਨੂੰ, ਉਹ ਨਹੀਂ ਸਨ ਉਹਦੇ ਕੀ ਨਾਮ ਹੈ ਉਹ ਬੰਦੇ ਦਾ, ਕ੍ਰਿਸਟਨ ਦਾ, ਜੋਜ਼ਫ, ਨਹੀਂ ਦੂਸਰਾ, ਹਜ਼ਰਤ ਨੂਨ. ਹਜ਼ਰਤ ਨੂਨ ਦੀ ਤੇ ਉਹ ਲੱਗ ਗਈ ਮਲਕ ਸਾਹਿਬ ਦੀ ਸ਼ਾਇਦ ਸ਼ਰਤ, ਹਾਂ ਤੇ ਉਹ ਬਾਅਦ ਚੋਂ ਆ ਗਈ ਜ਼ਿੰਬਾਬਵੇ ਦੇ ਡਾਲਰਾਂ ਵਾਲੀ. ਤੇ ਮੈਂ ਉਹ ਕਹਿਣ ਲੱਗਾ ਜੇ ਤੁਹਾਨੂੰ ਜ਼ਿੰਬਾਬਵੇ ਦੇ ਡਾਲਰ ਚਾਹੀਦੇ ਨੇ ਦੱਸੋ, ਹੁਣੇ ਮੈਂ ਤੁਹਾਨੂੰ ਫਿਰ ਭੇਜਦਾ. ਇਹ ਵੇਖ ਲਓ, ਜੇ ਤੇ ਇਨਸਾਫ ਇਹ ਹੀ ਹੈ, ਜੇ ਤੇ ਜ਼ਿੰਬਾਬਵੇ ਦੇ ਡਾਲਰ ਉਹਨਾਂ ਨੇ ਨਾਮ ਰੱਖਿਆ ਤੇ ਜ਼ਿੰਬਾਬਵੇ ਦੇ ਦੇ ਦਿਓ, ਲੇਕਿਨ
ਮੇਰੇ ਖਿਆਲ 'ਚ ਤੇ ਉਹ ਬੰਦਾ ਅਮਰੀਕਾ ਹੁੰਦਾ ਤੇ ਉਹਨੇ ਅਮਰੀਕਾ ਦਾ ਡਾਲਰ ਜ਼ਾਰ ਕਿਹਾ। ਇਹ ਤਸਵੀਰ ਕਿਹਦੀ ਲਾਈ ਦੇ? ਇਹ ਇਬਨ ਮਾਜਾ ਦੀ ਤਸਵੀਰ ਹੈ। ਮਾਸ਼ਾਅੱਲਾ। ਜ਼ਿੰਬਾਬਵੇ ਦੇ ਨਹੀਂ, ਟੁੱਡੀ ਵਾਲੇ ਦੇ ਚਾਹੀਦੇ ਨੇ, ਟੁੱਡੀ ਵਾਲੇ ਦੇ। ਟੁੱਡੀ ਵਾਲਾ ਟੁੱਡੀ ਵਾਲੇ 'ਚ ਵੀ ਡਾਲਰ ਚੱਲਦਾ ਨਾ। ਅੱਛਾ ਜਿਹੜੀ ਆਮਰ ਨਜ਼ੀਰ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਉਹ ਖਤਮ ਹੋ ਗਈ ਹੁਣ? ਮੇਰੇ ਕੋਲ ਤਾਂ ਗੱਲ ਹੀ ਖੋਲ ਲਈ, ਮੈਂ ਚੁੱਪ ਕਰ ਰਿਹਾ, ਫਿਰ ਮੈਂ ਤੁਹਾਨੂੰ ਤੇ ਰਿਕੁਐਸਟ ਕਰਕੇ ਚੁੱਪ ਕਰਾ ਲਿਆ, ਅਬਲਾਲ ਨੂੰ ਵੀ ਚੁੱਪ ਕਰਾ ਲਿਆ, ਤੇ ਫਿਰ ਬਾਕੀ ਵੀ ਬੰਦੇ ਬੋਲਣ ਲੱਗ, ਮੈਂ ਫਿਰ ਚੁੱਪ ਕਰ ਗਿਆ, ਮੈਂ ਚਲੋ ਕਰ ਲਓ ਬਈ। ਨਹੀਂ ਤੁਸੀਂ ਚਾਹ ਰਹੇ ਸਾਹਮਣੇ ਦੇ ਸਰ ਜੰਗ ਹੋਵੇ। ਮੈਂ ਸਿਰਫ ਇੱਕ ਪੁਆਇੰਟ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ ਜੀ ਜੀ ਕਿ ਜੱਟ ਸਾਹਿਬ ਨੇ ਇਹ ਤੇ ਮੰਨ ਲਿਆ ਕਿ ਮਿਰਜ਼ਾ ਸਾਹਿਬ ਕਹਿੰਦੇ ਆ ਹਕਮ ਔਰ ਮਾਮੂਰ ਹੋकर। ਇੱਕ ਮਿੰਟ ਕਸਮ ਥੱਲੇ ਆਈ ਜੇ, ਕਸਮ ਆਈ ਜੇ ਥੱਲੇ, ਇਹ ਬਾत साबित कर दे कि $1000 इनाम रखा है किसी ने, खुदा की कसम मैं देता हूँ $1000। आओ जी उत्ते आओ, गुमनाम साहब उत्ते तशरीफ लियाओ ना, तुसी प्राइवेट आईडी रखी है, काल पाओ ते उत्ते चढ़ो। बलाल भाई मौजूद हो? ਵੇਖਿਓ ਜੇ ਕਾਲ ਪਾਣ ਗੁਮਨਾਮ ਸਾਹਿਬ ਤੇ ਇਹਨਾਂ ਉੱਤੇ ਲੋ ਜੀ ਉਹਨਾਂ ਕਸਮ ਪਾਈ ਹੈ। ਜੇ ਉਹਨਾਂ ਨੇ ਸਾਹਿਬ ਨੂੰ ਨਿਕਲ ਆਉਣ। ਤਾਰਕ ਸ਼ਾਨ ਸਾਹਿਬ ਤੁਸੀਂ ਕਰੋ ਗੱਲ। ਨਹੀਂ, ਮੈਂ ਗੱਲ ਕਹਿ ਰਿਹਾ ਕਿ ਜਦੋਂ ਅਸੀਂ ਮੰਨਦੇ ਹਾਂ ਕਿ ਮਿਰਜ਼ਾ ਸਾਹਿਬ ਨੂੰ ਖੁਦਾ ਤਾਲਾ ਵੱਲੋਂ ਹਰ ਇੱਕ ਜ਼ੀ ਰੂਹ ਤੋਂ ਜ਼ਿਆਦਾ ਕੁਰਾਨ ਦਾ ਇਲਮ ਦਿੱਤਾ ਗਿਆ ਹੈ ਔਰ ਉਹਨਾਂ ਨੇ ਖੁਦਾ ਦੀ ਕਸਮ ਖਾ ਕੇ ਇਹ ਗੱਲ ਕਹੀ ਹੈ, ਤੇ ਉਹਦੇ ਬਾਅਦ ਫਿਰ ਅਸੀਂ ਜਿਹੜੇ ਉਹਨਾਂ ਨੂੰ ਮੰਨਦੇ ਹਾਂ ਹਕਮ ਉਦਲ, ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਕੁਰਾਨ ਦੀ ਜਿਹੜੀ ਤਸ਼ਰੀਹ ਮਿਰਜ਼ਾ ਸਾਹਿਬ ਨੇ ਕੀਤੀ ਹੈ ਉਹਨੂੰ ਅਸੀਂ ਪੇਸ਼ ਕਰਨਾ, ਕਿਉਂਕਿ ਸਾਡੇ ਲਈ ਉਹ ਤਸ਼ਰੀਹ ਹੈ। ਕੋਈ ਉਹਨੂੰ ਮੰਨੇ ਨਾ ਮੰਨੇ ਉਹਦੀ ਮਰਜ਼ੀ, ਉਹ ਸਾਡੀ ਜ਼ਿੰਮੇਵਾਰੀ ਤੇ ਨਹੀਂ ਆ। ਲੇਕਿਨ ਸਾਡੇ ਲਈ ਅਗਰ ਅਸੀਂ ਕੁਰਾਨ ਦਾ ਨਾਮ ਲਾਂਗੇ ਨਾ ਤੇ ਅਸੀਂ ਕੁਰਾਨ ਦੀ ਤਸ਼ਰੀਹ ਜੋ ਮਿਰਜ਼ਾ ਸਾਹਿਬ ਨੇ ਕੀਤੀ ਹੈ ਉਹ ਅਸੀਂ ਪੇਸ਼ ਕਰਾਂਗੇ। ਅਗਰ ਅਸੀਂ ਉਸ ਤੋਂ ਭੱਜਾਂਗੇ ਔਰ ਕਹਾਂਗੇ ਕਿ ਨਹੀਂ ਕੁਰਾਨ ਤੇ ਮਿਰਜ਼ਾ ਸਾਹਿਬ ਤੋਂ ਪਹਿਲੇ ਹੀ ਮੌਜੂਦ ਸੀ ਔਰ ਅਸੀਂ ਉਹਨੂੰ ਕੁਰਾਨ ਨੂੰ ਪੜ੍ਹਾਂਗੇ ਤੇ ਅਸੀਂ ਸਮਝਾਂਗੇ, ਤੇ ਇਹਦਾ ਮਤਲਬ ਹੈ ਅਸੀਂ ਅਮਲੀ ਤੌਰ ਤੇ ਇਹ ਕਹਿ ਰਹੇ ਹਾਂ ਮਿਰਜ਼ਾ ਸਾਹਿਬ ਦੇ ਆਉਣ ਦੀ ਜ਼ਰੂਰਤ ਨਹੀਂ। ਕੁਰਾਨ ਤੇ 1400 ਸਾਲ ਪਹਿਲੇ ਤਾਂ ਮੌਜੂਦ ਹੈਗਾ ਸੀ ਪਹਿਲੇ, ਤੇ ਮਿਰਜ਼ਾ ਸਾਹਿਬ ਨੇ ਆ ਕੇ ਕੀ ਹੁਕਮ, ਤੁਸੀਂ ਕਹਿੰਦੇ ਸੀ ਮਿਰਜ਼ਾ ਸਾਹਿਬ ਨੇ ਕਿਹਾ ਮੈਂ ਕੁਰਾਨ ਤੋਂ ਹੀ ਜ਼ਾਹਿਰ ਕਰਨਾ ਹੈ, ਗੱਲ ਕਰਨਾ ਹੈ, ਲੇਕਿਨ ਇਹਦਾ ਤਾਂ ਇਹ ਮਤਲਬ ਨਹੀਂ ਹੈ ਕਿ ਹਰ ਟੌਮ ਡਿਕ ਐਂਡ ਹੈਰੀ ਕੁਰਾਨ ਤੋਂ ਗੱਲ ਕਰੇ। ਮਕਸਦ ਹੈ ਕਿ ਉਹਨਾਂ ਨੇ ਕਿਹਾ ਮੈਂ ਕੁਰਾਨ ਤੋਂ ਇਸ ਲਈ ਕਰਨਾ, ਕੁਰਾਨ ਦਾ ਇਲਮ ਮੈਨੂੰ ਦਿੱਤਾ ਗਿਆ ਹੈ। ਕੋਈ ਹੋਰ ਸ਼ਖਸ ਕਹਿ ਸਕਦਾ ਹੈ, ਕੋਈ ਜਮਾਤ ਅਹਿਮਦੀਆ ਦਾ ਮੈਂਬਰ ਜਾਂ ਕੋਈ ਮੁਸਲਮਾਨ ਜਾਂ ਕੋਈ ਮੁਫੱਸਰ ਜਾਂ ਮੁਹੱਦਿਸ ਜਾਂ ਕੋਈ ਆਇਮਾ ਮੁਹੱਦਿਸੀਨ ਦੇ ਵਿੱਚ ਕਿਸੇ ਨੇ ਕਦੀ ਇਹ ਕਿਹਾ ਹੈ ਕਿ ਮੈਨੂੰ ਖੁਦਾ ਵੱਲੋਂ ਇਹ ਇਲਮ ਦਿਆ ਗਿਆ? 1400 ਸਾਲ ਦੀ ਹਕੂਮਤ ਇੱਕ ਸ਼ਖਸ ਨੇ ਵੀ ਐਸਾ ਦਾਵਾ ਨਹੀਂ ਕੀਤਾ, ਤੇ ਜਿਸ ਸ਼ਖਸ ਨੇ ਇਹ ਦਾਵਾ ਕੀਤਾ ਹੈ ਉਹ ਜਿਹੜੇ ਮੰਨਦੇ ਨੇ ਕਿ ਉਹਨੇ ਦਾਵਾ ਸਹੀ ਸੀ ਉਹਦੇ ਕੁਰਾਨ ਦੀ ਤਸ਼ਰੀਹ ਛੱਡ ਕੇ ਤੇ ਕਹਿਣ ਜੀ ਅਸੀਂ ਆਪੇ ਕੁਰਾਨ ਨਾਲ ਗੱਲ ਕਰਾਂਗੇ, ਤੇ ਉਹ ਇੱਕ ਤਰ੍ਹਾਂ ਦਾ ਇਹੀ ਦੱਸਣਾ ਹੁੰਦਾ ਹੈ ਕਿ ਮਿਰਜ਼ਾ ਸਾਹਿਬ ਨੂੰ ਕੁਰਾਨ ਦਾ ਕੋਈ ਪਤਾ ਨਹੀਂ ਸੀ, ਝੂਠੀਆਂ ਕਸਮਾਂ ਖਾ ਕੇ ਗਏ ਨੇ। ਅਸਲ ਕੁਰਾਨ ਤੇ ਸਾਡੇ ਕੋਲ ਮੌਜੂਦ ਹੈ, ਸਾਨੂੰ ਪਤਾ ਹੈ, ਅਸੀਂ ਆਪ ਹੀ ਉਹਦਾ ਤਰਜਮਾ ਕਰਾਂਗੇ, ਆਪ ਹੀ ਉਹਦੀ ਕੁਰਾਨ ਪੜ੍ਹਾਂਗੇ, ਉਹਦੇ ਸਮਝਣਗੇ ਕੀ ਹੈ। ਇਸ ਲਈ ਇਹ ਤਰੀਕ ਜਿਹੜਾ ਹੈ ਨਾ ਹਰ ਸ਼ਖਸ ਨੂੰ ਇਹ ਹੁਣ ਸਮਝ ਆ ਗਈ ਹੈ ਕਿ ਜਮਾਤ ਅਹਿਮਦੀਆ ਨੇ ਇਹ ਸਟ੍ਰੈਟਜੀ ਬਣਾਈ ਹੈ ਇਸ ਵਜ੍ਹਾ ਨੇ ਕਿ ਮਿਰਜ਼ਾ ਸਾਹਿਬ ਨਬੂਵਤ ਜਾਰੀ ਕਰ ਨਹੀਂ ਰਹੇ, ਉਹ ਨਬੂਵਤ ਬੰਦ ਕਰ ਰਹੇ ਨੇ। ਬਲਕਿ ਮਿਰਜ਼ਾ ਸਾਹਿਬ ਤੋਂ ਕਹਿ ਰਹੇ ਨੇ ਕਿਸੇ ਸ਼ਖਸ ਨੂੰ ਅਗਰ ਨਬੀ ਦਾ ਨਾਮ ਦਿੱਤਾ ਜਾਏ ਨਾ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੇ ਬਾਅਦ ਤੇ ਖਤਮ नबूवत ਦੀ तौहीन है। एक शख्स कैटेगोरिकली गल कर रहा खातम नबीन के बाद नबी कैसा, ना नया नबी आ सकता है ना पुराना, और वो तर्जमा वो कुरान का कर रहे हैं। वो छड़ के तो असी कहिए हम अपनी कुरान की तशरीह करेंगे, आइए हमारे साथ बात करें कुरान से, तो ऐ सिर्फ राह फरार अख्तियार करने का तरीका है, क्योंकि मिर्ज़ा साहब हरगिज़ नबी सी, कोई नबूवत नहीं जारी। जो मिर्ज़ा साहब ने किया वही है, ज़िल्ली नबूवत का सिलसिला क़यामत तक जारी है। वो सिलसिला केड़ा है? वो मुजद्दिदीन का सिलसिला है। ਇਹਦੇ ਬਾਅਦ ਇਹਦੇ ਇਲਾਵਾ ਤਾਂ ਕੋਈ ਹੋਰ ਸਿਲਸਿਲਾ ਹੈ ਹੀ ਨਹੀਂ ਹੈ ਇਸਲਾਮ ਦੇ ਵਿੱਚ। ਕੋਈ ਦਿਖਾ ਦੇ, ਅਗਰ ਕੋਈ ਕਹਿੰਦਾ ਹੈ ਨਬੂਵਤ ਜਾਰੀ ਹੈ ਤਾਂ ਉਹਦੀ ਡਿਊਟੀ ਬਣਦੀ ਹੈ ਕੋਈ ਦਿਖਾਏ ਉਹ ਜਾਰੀ ਕਿੱਥੇ ਹੈ। ਕੋਈ ਮਿਰਜ਼ਾ ਸਾਹਿਬ ਨੇ ਤੇ ਨਬੂਵਤ ਜਾਰੀ ਨਹੀਂ ਕੀਤੀ, ਮਿਰਜ਼ਾ ਸਾਹਿਬ ਨੇ ਨਬੂਵਤ ਬੰਦ ਕੀਤੀ ਹੈ। ਔਰ ਜਿਹੜੇ ਨਬੂਵਤ ਜਾਰੀ ਕਰ ਰਹੇ ਨੇ ਇਹ ਨਾਮ ਨਿਹਾਦ ਮੁਸਲਮਾਨ ਹਜ਼ਰਤ ਈਸਾ ਨੂੰ ਲਿਆ ਕੇ ਵਾਪਸ, ਉਹਨਾਂ ਨੇ ਤਾਨੇ ਮਾਰੇ ਨੇ ਕਿ ਤੁਸੀਂ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੀ ਗੁਸਤਾਖੀ ਕਰਦੇ ਹੋ। ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਫੇਰੇ ਲਾ ਨਬੀ ਆਬਾਦੀ सायकून खुलफा फयक्सरून, मेरे बाद कोई नबी नहीं, खुलफा का सिलसिला, मैं 13वां खलीफा है। तो तुसी कहते हो नहीं एक नबी आएगा ਜਿਹੜਾ ਰਿਜ਼ਰਵ 'ਚ ਰੱਖਿਆ ਹੈ ਮੂਸਾ ਦੀ ਉਮਤ ਤੋਂ, ਤੇ ਤੁਸੀਂ ਉਹ ਮਿਰਜ਼ਾ ਸਾਹਿਬ ਉਹਨਾਂ ਨੂੰ ਤਾਨਾ ਦੇ ਰਹੇ ਨੇ। ਤੇ ਜਮਾਤ ਅਹਿਮਦੀਆ ਵਾਲੇ ਜਿਹੜੇ ਮਿਰਜ਼ਾ ਸਾਹਿਬ ਨੂੰ ਕਹਿੰਦੇ ਅਸੀਂ ਹੱਕ ਮੁਹੱਦਰ ਮੰਨਦੇ ਨੇ, ਉਹ ਕਹਿੰਦੇ ਨੇ ਨਹੀਂ ਜੀ ਨਬੂਵਤ ਜਾਰੀ ਹੈ। ਕਿਤਨਾ ਬੜਾ ਤਜ਼ਾਦ ਹੈ। ਔਰ ਇਹ ਸਾਰੇ ਲੋਕਾਂ ਨੂੰ ਸਮਝ ਆ ਗਈ। ਅਗਰ ਕਿਸੇ ਜਮਾਤ ਅਹਿਮਦੀਆ ਦੇ ਬੰਦੇ ਨੂੰ ਇਹ ਗੱਲ ਸਮਝ ਨਹੀਂ ਨਾ ਆਈ ਤੇ ਉਹਨੂੰ ਇਹੀ ਕਹਾਂਗੇ ਕਿ ਨਾਦਾਨ ਹੈ ਵਿਚਾਰਾ,
ਵਰਨਾ ਹਰ ਬੰਦਾ ਜਿਹੜਾ ਮਿਰਜ਼ਾ ਸਾਹਿਬ ਨੂੰ ਦਜਾਲ ਕਜ਼ਾਬ ਮੰਨਦਾ ਹੈ ਉਹਨੂੰ ਵੀ ਸਮਝ ਆ ਗਈ ਕਿ ਮਿਰਜ਼ਾ ਸਾਹਿਬ ਦੀ ਤਾਲੀਮ ਕੁਝ ਹੋਰ ਹੈ, ਜਮਾਤ ਅਹਿਮਦੀਆ ਕੁਝ ਹੋਰ ਪੇਸ਼ ਕਰਦੀ ਹੈ। ਔਰ ਜਮਾਤ ਅਹਿਮਦੀਆ ਨੇ ਉਹਦਾ ਕੀ ਹੱਲ ਕੱਢਿਆ کہ جی روحانی خزائن سے بات نہیں ہوگی، مرزا صاحب کو ایک سائڈ پہ رکھیں، ہم قرآن پڑھیں گے اور ہم اس کی تشریح کریں گے۔ کس مربی کا یہ دعویٰ ہے کہ مجھے خدا کی طرف سے علم دیا گیا، مجھ کو بارش کی طرح وحی ہوئی ہے، سوائے مرزا صاحب دے؟ اور وہ کہتے ہیں جو میری تکفیر اور تکذیب کرتا ہے ہلاک شدہ قوم ہے، تو اسی آپ پہ مان کے بھی انہوں نے پھر ہلاک شدہ قوم دے نہ ڈال لیے۔ غور کرنا چاہیے اس گل تے۔ جی یہ الگ الگ چیزیں مانتے ہیں آپ ان کو یا سیم مانتے ہیں؟ ختم نبوت اور اجراء نبوت یہ الگ چیزیں ہیں یا سیم ہے؟ کیا یہ متضاد ہے یا اکٹھی ہو سکتی ہیں؟ ختم نبوت سے مراد اگر آپ کسی اسپیسیفک نبوت کی بات کر رہے ہیں اور پھر اجراء نبوت کی بھی بات کر رہے ہیں، پھر تو میں نہیں کہوں گا کہ ہاں بھائی یہ دونوں کے نام جو ہے نا وہ الگ الگ یہ دونوں ایک ہی ہیں، کیونکہ پھر تو دونوں ہی الگ الگ ہو گئے نا، کیونکہ جس چیز کے ختم ہونے کی بات کہی جا رہی ہے وہ کسی اور اور جس طرح کی ڈبل آ رہی ہے آپ کی طرف سے آواز، اور جس نبوت کے اجرا کی بات کی جا رہی ہے وہ اور ہے۔ باقی بظاہر الفاظ سے تو یہ باتیں متضاد ہی ہیں بظاہر الفاظ سے۔ یعنی قرآن کریم کے اندر ہم قرآن کی چونکہ بات کر رہے ہیں تو ہم کیونکہ ہمارے میں آپ بھی کہتے ہیں کہ قرآن کریم کو آپ کا دعویٰ ہے اور میرا بھی دعویٰ ہے کہ میں قرآن کو مانتا ہوں، قرآن کے اندر ختم نبوت کے حوالے سے بات ہوئی ہے یا اجراء نبوت کے حوالے سے بات ہوئی ہے یا دونوں کے بارے میں بات ہوئی ہے کہ نبوت ختم ہی ہو چکی ہے؟ قرآن کریم کے اندر دیکھنا یہ نا قرآن کریم کے اندر جو براہ راست شریعت والی نبوت ہے اس کے تو ختم ہونے کا ذکر ہے، کوئی رکھ لیں، لیکن محمد وہ میں دے دوں گا آپ کو، اس کے لیے تھوڑا سا بیٹھنا پڑے گا آپ کو تاکہ میں دوسرے دوستوں سے بھی بات کر سکوں، وہ بھی کافی دیر سے بیٹھے ہوئے ہیں۔ اگر ٹائم ہے آپ کے پاس کر لیں گے، میں تو نہیں، میرے پاس صرف 6 بجے تک ہے تو میں آ تو نہیں سکتا، ابھی 5:20 ہوئے ہیں ہاں تو 10-15 منٹ کی بات ہے بس، چلو پھر ہم یہاں سے بتا دیں گے، آپ کی طرح تھوڑی نہ کوئی لمبی گفتگو کرے۔ نہیں وہ تو ظاہری بات ہے، آپ سے ٹھیک ہے، کوئی بات نہیں، ٹھیک ہے جی۔ خالد بھائی السلام علیکم ورحمۃ اللہ وبرکاتہ۔ جی علامہ صاحب، وہ جڑی کہہ رہا سی نا آیت استخلاف دے تحت مرزا صاحب نے اپنے آپ نو بیان کیتا ہے، اتنے سوال یہ بنتا سی بھی آیت استخلاف دے تحت حضرت علی جڑے نے وہ مستاق نہیں نا ہیں آیت استخلاف دے، مرزا صاحب مستاق نے، حضرت علی مستاق نہیں نا ہے نا، ہوں تو والا پڑھ کے سنایا ہے کتنے سو اس ویلے نہیں وہ گل نبوت دی ہو رہی سی نا سپیسیفکلی، تا میں دوسری گل نہیں کیتی۔ نبوت آیت استخلاف جو کڈن لگے سی نا، وہ کہنے لگے سی کہ آیت استخلاف دے تحت مراد نبی بھی نے، غیر نبی بھی نے، وہ بعد پھر بدلیا نا بیان انہیں، میں سننا پیا۔ پہلا انہیں آخیا، تساں آخیا بھی نبوت کی گل کرن لگے، انہیں کہا تو نبوت مرزا صاحب نے آیت استخلاف چ کڈی ہے نا، خلافت حقہ دا مطلب مرزا صاحب نے نبوت ہی قرار دیتا ہے۔ اوتھے سوال بنتا سی بھائی پھر وہ جڑی آیت استخلاف ہے، مرزا صاحب وہ مستاق نے نبی بن کے، کہ حضرت علی تو مستاق نہیں ہے نا، کہن نے وہ پوچھ لینا سی ایک باری۔ نہیں وہ تے وہ جدوں نے نہیں، اگر آیت استخلاف سے مرزا صاحب نے نبوت کڈی ہے تو یہ مطلب ہے 12 نبی انہوں تو پہلے گزر چکے ہیں، اگر ایک مانتے نے، کیونکہ وہ تو 13ویں نے نا، وہ 13ویں نے آیت استخلاف دے تحت خلافت حقہ جڑی ہے۔ پوچھا سیگا یہ گل میں کیتی سی سید احمد بریلوی شہید رحمہ اللہ دی، میں مثال دیتی، انہیں کہا تو مراد نبی بھی نے، غیر نبی بھی نے، پھر جس نے نبی بھی غیر نبی بھی کر لیا نا، انہیں آخیا کہ یہ تو مطلب جو ہے نا یہ وچ یہ ہے کہ نبوت دا یا نبی دا نام چونکہ مرزا صاحب واسطے صرف آیا ہے، ٹھیک ہے، یہ بھی تے بھی گرفت بنتی سی جیڑی تساں نہیں کیتی،
ਜਿਹੜਾ ਉਹਨੇ ਕਿਹਾ ਕਿ ਇਹ ਨਾਮ ਸਿਰਫ ਮਿਰਜ਼ਾ ਸਾਹਿਬ ਨੂੰ ਮਿਲਿਆ ਹੈ, ਇਹਦਾ ਜਵਾਬ है कि मिर्जा साहब ने खुद तहरीर किया है कि इस उम्मत में और भी कई लोगों को, हजारों लोगों को नबी का नाम दिया गया। मैं नूरे नबूवत से सरफराज किया गया और उनका हक था कि उनको नबी का नाम दिया जाता। जी हाँ, ये पूछना सी। ਪਾਸਟ ਦੀ ਗੱਲ ਹੋ ਰਹੀ ਹੈ ਨਾ, ਪਾਸਟ ਦੀ, ਮਾਜ਼ੀ ਦੀ। नहीं इस उम्मत की गल हो रही, मैं तो ਇਸ ਉਮਤ ਦੇ ਵਿੱਚ ਹੀ, ਯਾਨੀ ਮਿਰਜ਼ਾ ਸਾਹਿਬ ਤੋਂ ਪਹਿਲਾਂ ਦੀ ਗੱਲ ਹੋ ਰਹੀ ਹੈ ਨਾ। ਹਾਂਜੀ ਇਸ ਉਮਤ 'ਚ ਕਈ ਹੋਰ ਲੋਕਾਂ ਨੂੰ ਨਬੂਵਤ ਦਾ ਉਹਦਾ ਦਿੱਤਾ ਗਿਆ, ਨਬੂਵਤ ਦਾ ਨਾਂ ਉਹਨਾਂ ਨੂੰ ਮਕਾਮ ਦਿੱਤਾ ਗਿਆ। ਬਾਜ਼ ਅਫਰਾਦ ਇਸ ਉਮਤ में, एक मिनट ਐ ਹੁਣੀ ਮੈਂ ਤੁਹਾਨੂੰ ਕੱਢ ਕੇ ਦਿੰਦਾ। अलवसीयत दा नबी का खिताब पाया। ਕਿੰਨਵੀਂ ਜਿਲਦ ਅਲ ਵਸੀਅਤ 18ਵੀਂ 'ਚ। ਉਹ ਜਿਹਦੀ ਤਸ਼ਰੀਹ ਅੱਗੋਂ ਬਸ਼ੀਰ ਮਹਿਮੂਦ ਨੇ ਕੀਤੀ ਹੋਈ ਹੈ ਨਾ, ਉਹ ਛੱਡ ਦਿਓ ਤੁਸੀਂ, ਤੁਹਾਨੂੰ ਤਸ਼ਰੀਹ ਦੇਣ ਦੀ ਕਿਹੜੀ बाज़ अफराद इस उम्मत में ये आ गया जी। सफा नंबर 21 ਤੇ। ਅੱਛਾ, ਵੈਸੇ ਮੇਰੀ ਸਮਝ 'ਚ ਇਹ ਗੱਲ ਨਹੀਂ ਆਉਂਦੀ ਕਿ ਜੇ ਕੋਈ ਨਬੀ ਆ ਜਾਏ ਤੇ ਉਹਦੇ 'ਚ ਸਾਨੂੰ ਮਸਲਾ ਕੀ ਹੈ? ਤੁਹਾਨੂੰ ਮਤਲਬ ਹੈ ਕਿ ਉਹਦੇ ਨਾਲ ਕੀ ਨੁਕਸਾਨ ਹੈ? ਇਹ ਗੱਲਾਂ ਦਾ ਬੰਦਾ नहीं, नबी आ जाए की नुकसान की गल नहीं हो रही। एक शख्स कह रहे हैं नबी नहीं आ सकता ਤੇ ਉਹਦੇ ਮੱਥੇ ਲਗਾਇਆ ਜਾਏ ਕਿ ਜੀ ਉਹ ਨਬੂਵਤ ਜਾਰੀ ਕਰ ਰਹੇ, ਉਹ ਬਾਰ-ਬਾਰ ਕਹਿ ਰਹੇ ਨਬੀ ਨਹੀਂ ਆ ਸਕਦਾ। ਇਹ ਗੱਲ ਹੋ ਰਹੀ ਹੈ। ਨਹੀਂ ਨਬੂਵਤ ਦੇਖੋ, ਇਹ ਹਕੀਕੀ ਮਾਨਿਆ ਤੇ ਵਾਕਈ ਨਬੂਵਤ ਬਣਦਾ, ਇਹਦੇ ਕੋਈ ਸ਼ੱਕ ਨਹੀਂ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਨਬੂਵਤ ਹੀ ਕਿਆਮਤ ਤੱਕ ਹੈ, ਉਹਦੇ ਚੋਂ ਬਾਹਰ ਕੋਈ ਨਹੀਂ ਆ ਸਕਦਾ ਨਾ। ਉਹਦੇ ਵਿੱਚ ਤੇ ਆ ਸਕਦੇ ਨੇ। ਦੇਖੋ ਇੱਕ ਕਿਹੜਾ ਸੀ ਜਿਹਦੇ ਤੇ ਰੌਲਾ ਪਿਆ ਸੀ ਇਹਨਾਂ ਦਾ, ਸ਼ੋਏਬ ਰਾਜੇ ਦਾ, ਤੇ ਉਹਦਾ ਕਿ ਅਹਿਮਦ ਰਜ਼ਾ ਖਾਨ ਸਾਹਿਬ ਨੇ ਲਿਖਿਆ ਕਿ ਸ਼ੇਖ ਅਬਦੁਲ ਕਾਦਰ ਜਿਲਾਨੀ ਦਿੱਲੀ ਮਰਤਬਾ ਨਬੂਵਤ ਪਰ ਫਾਇਜ਼ थे। ਇਹ ਤੇ ਲੋਕਾਂ ਨੇ ਗੱਲਾਂ ਕੀਤੀਆਂ ਨੇ, ਹਿਸਟਰੀ 'ਚ ਵੀ, ਤਾਰੀਖ 'ਚ ਵੀ, ਯਾਨੀ ਕਿਤਾਬਾਂ ਤੁਸੀਂ ਵਿੱਚ ਵੀ ਮੰਨਦੇ ਨੇ। ਹੋ ਇੱਕ ਕਿ ਦੋ ਮਿਰਜ਼ਾ ਸਾਹਿਬ ਤੋਂ ਪਹਿਲੇ ਵੀ ਜ਼ਿਲੀ ਨਬੀ ਗੁਜ਼ਰ ਚੁੱਕੇ ਨੇ? ਤਾਰਕ ਸਾਹਿਬ ਤੁਸੀਂ ਕਿਹੜੇ ਪਾਸੇ ਤੁਰ ਉਹ ਹੁਣੀ ਤੁਸੀਂ ਆਪ ਕਹਿ ਰਹੇ ਹੋ। ਮੈਂ ਇਹ ਕਹਿ ਰਿਹਾ ਕਿ ਹਕੀਕੀ ਮਾਨਿਆ ਜੋ ਵਾਕਈ ਠੀਕ ਹੈ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਨਬੂਵਤ ਹੀ ਕਿਆਮਤ ਤੱਕ ਹੈ। ਨਬੂਵਤ ਇੰਨੀ ਕੀ ਜਾਰੀ ਹੈ, ਉਹਦੀ ਮਤਲਬ ਕਿ ਕਹਿ ਲਓ ਕਿ ਇੱਕ ਸ਼ੇਪ ਬਦਲ ਗਈ ਹੈ ਬਸ। ਜਿਵੇਂ ਉਹ ਸੂਰਹ ਨਿਸਾ ਦੀ ਜਿਹੜੀ ਹਾਂਜੀ, ਕਿੰਨੇ ਨੰਬਰ ਸ਼ੇਪ ਆਏ ਬਦਲ ਤੇ ਗਈ ਯਾਰ, ਹੈ ਨਾ, ਸ਼ੇਪ ਬਦਲ ਗਈ 70 ਹੈ। ਕਿ ਜ਼ਿੰਦੀ ਹਾਂ, ਕਿ ਜਿਹੜਾ ਅੱਲਾਹ ਔਰ ਇਸ ਰਸੂਲ ਦੀ ਇਤਾਅਤ ਕਰੇਗਾ ਨਾ, ਹੁਣ ਹਾਂ ਉਹਦੇ ਚੋਂ ਬਾਹਰ ਨਬੂਵਤ ਕੋਈ ਨਹੀਂ ਹੈ। ਠੀਕ ਹੈ, ਇਹ ਇਹਦਾ ਨਬੂਵਤ ਮਤਲਬ ਦੇ ਹੈ ਬੰਦ ਹੋਣ ਦਾ। ਰਸੂਲ ਦੀ ਇਤਾਅਤ ਨਾਲ ਨਬੂਵਤ ਜਾਰੀ ਹੈ। ਮੇਰੇ ਕੋਲ ਜੇ ਗਲਤ ਗੱਲ ਕੋਈ ਹੋ ਜਾਏ ਤਾਂ ਯਾਰ ਐਡਾ ਨੌਲੇਜ ਨਹੀਂ ਮੇਰਾ। ਹਾਂਜੀ ਕੀ ਕਰ ਰਹੇ ਹੋ? ਮੈਂ ਕਹਿੰਦਾ ਰਸੂਲ ਦੀ ਇਤਾਅਤ ਦੇ ਨਾਲ ਨਬੂਵਤ ਜਾਰੀ ਹੈ। ਹਾਂਜੀ ਬਿਲਕੁਲ। ਹਾਂਜੀ ਠੀਕ ਹੈ। ਮਿਰਜ਼ਾ ਸਾਹਿਬ ਤੋਂ ਉਹੀ ਪਹਿਲੇ ਤਾਂ ਕਿਹੜੇ ਨਬੀ ਨੇ ਤੁਹਾਨੂੰ ਪਤਾ ਹੈ? ਮੈਂ ਕੀ ਦੱਸ ਰਿਹਾ, ਮੈਂ ਦੱਸ ਤੇ ਰਿਹਾ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਮੇਰੀ ਉਮਤ ਦਾ ਜਿਹੜਾ ਬਾਅਮਲ ਆਲਮ ਵੀ ਹੈ ਨਾ, ਹਾਂ, ਉਹ ਵੀ ਪੁਰਾਣੇ ਨਬੀਆਂ ਦੇ ਬਰਾਬਰ ਹੈ ਔਰ ਬਾਜ਼ ਨਬੀਆਂ ਤੋਂ ਉੱਤੇ ਵੀ ਹੈ ਦਰਜੇ ਦੇ ਵਿੱਚ। ਮਸਲਨ ਕਿਸੇ ਦਾ ਨਾਮ ਲਵੋ ਨਾ ਮਿਰਜ਼ਾ ਸਾਹਿਬ ਤੋਂ ਹਾਂ, ਪਹਿਲੇ ਜਿਹੜਾ ਨਬੀ ਕਈ ਸੀ। ਨੇ, ਕਈ ਨੇ। ਉਹ ਭਾਈ ਇੱਕ ਨਾ ਅਬਦੁਲ ਕਾਦਰ ਮੁਜੱਦਦੀਨ ਜਿਲਾਨੀ ਵੀ ਨੇ। ਨੂੰ ਨਬੀ ਕਹਿ ਸਕਨੇ ਆ? ਅਬਦੁਲ ਕਾਦਰ ਜਿਲਾਨੀ ਨੂੰ ਨਬੀ, ਦੇਖੋ ਜਿਹੜਾ ਉਹਨਾਂ ਨੇ ਕੰਮ ਕੀਤਾ ਮੇਰੇ ਖਿਆਲ 'ਚ ਤੇ ਉਹ ਇੱਕ ਹੈਸੀਅਤ ਉਹਨਾਂ ਦੀ ਨਬੀ ਵਾਲੀ ਹੈ। ਅਬਦੁਲ ਕਾਦਰ ਕਿਉਂਕਿ ਜਿਲਾਨੀ ਸਾਹਿਬ ਦੇਖੋ ਨਬੀ ਮੇਰੀ ਸੀ। ਗੱਲ ਸੁਣੋ, ਇੱਕ ਮਿੰਟ। ਜਦੋਂ ਨਬੂਵਤ ਉਹਨਾਂ ਦਾ ਹੱਕ ਬਣਦਾ ਹੈ। ਮੇਰੀ ਗੱਲ ਤੇ ਸੁਣ, ਲੇਕਿਨ ਉਹਨਾਂ ਤੇ ਈਮਾਨ ਲਿਆਉਣ ਦਾ ਜ਼ਿਕਰ ਨਹੀਂ ਹੈ ਕਿਤੇ। ਲੇਕਿਨ ਚਲੋ। ਮੈਂ ਨੁਕਤਾ ਇਹ ਪੇਸ਼ ਕਰ ਰਿਹਾ, ਦੇਖੋ ਅਗਰ ਕੋਈ ਮੁਜੱਦਦ ਵੀ ਹੈ ਨਾ ਤਾਰਕ ਸਾਹਿਬ, ਜਿਵੇਂ ਤੁਸੀਂ ਕਹਿੰਦੇ ਹੋ ਕਿ ਮੁਜੱਦਦੀਨ ਨੇ, ਠੀਕ ਹੈ ਮੰਨ ਲਿਆ, ਮੁਜੱਦਦੀਨ ਆਪਣੇ ਆਪ ਤੋਂ ਤੇ ਨਹੀਂ ਨਾ ਕੋਈ ਤਜਦੀਦ ਕਰ ਸਕਦਾ। ਜ਼ਾਹਿਰ ਹੈ ਉਹਨੇ ਅੱਲਾਹ ਤੋਂ ਖਬਰ ਪਾ ਕੇ ਤਜਦੀਦ ਕੀਤੀ ਕਿ ਕਿਸੇ ਯੂਨੀਵਰਸਿਟੀ 'ਚ ਪੜ੍ਹ ਕੇ ਕੀਤੀ। ਅਸੀਂ ਤਾਂ ਇਹੀ ਕਹਿੰਦੇ ਕਿ ਅੱਲਾਹ ਵੱਲੋਂ ਮਬੂਸ ਹੁੰਦਾ ਹੈ। ਹਾਂਜੀ ਬਿਲਕੁਲ। ਹਾਂਜੀ, ਤੇ ਫਿਰ ਹੋਰ ਨਬੂਵਤ ਕੀ ਹੁੰਦੀ ਹੈ? ਹਾਂ, ਤੇ ਜੇ ਤੁਸੀਂ ਇਹ ਮੰਨਦੇ ਹੋ ਇਹੀ ਹੈ। ਫਿਰ ਤੇ ਤੁਹਾਡਾ ਔਰ ਮੇਰਾ
क्योंकि मिर्जा साहब तो पहले 12 मुजद्दद गुजर चुके हैं, यानी 12 गुजर चुके हैं। तो मिर्जा बिल्कुल साहब कह रहे हैं जिल्ली नबूवत का सिलसिला क़यामत तक जारी है, यानी मुजद्ददीन का सिलसिला जिल्ली नबूवत की सूरत ਆ, क़यामत तक जारी है। ਉਹ ਤੁਸੀਂ ਇਹ ਕਿਹੜੇ ਮੰਨਦੇ ਸੀ ਹੋ? ਔਰ ਦੂਜੇ ਇਹ ਜਿਨ੍ਹਾਂ ਨੇ ਤੁਸੀਂ ਮੰਨਦੇ ਫਰਮਾਇਆ ਹੋ ਗੱਲ? ਸੀ ਖਲੋ ਤੇ ਜਾਓ ਤਾਰ ਸਾਹਿਬ ਖਲੋ ਜਾਓ ਮਨ ਵਲੀਉਨ ਮਨ ਅਲੀਉਨ ਮਨ ਨਬੀ ਉਹ ਤੇ ਬੜੀ ਮਸ਼ਹੂਰ ਕਵਾਲੀ ਵੀ ਹੈ ਸ਼ੇਰ ਹੈ ਕਵਾਲੀ ਸ਼ਾਇਦ ਜਿਹੜਾ ਕੀ ਹੈ ਕਵਾਲ ਜਿਹੜਾ ਹੱਕ ਤੇ ਮੁਅੱਦਲ ਹੈ ਇਹ ਸਾਡਾ, ਇਸ ਤਰ੍ਹਾਂ ਦੇ ਕਵਾਲ ਹੱਕ ਮੁਅੱਦਲ ਹੈ ਇਸ ਸਾਡਾ। ਤਰ੍ਹਾਂ ਦੇ ਜਿਹੜੇ ਬਈ ਗੱਲ ਖਲੋ ਮਿਰਜ਼ਾ ਤੇ ਸਾਹਿਬ ਦੀ ਜਾਓ ਗੱਲ ਹੋ ਰਹੀ, ਤੁਸੀਂ ਕਵਾਲੀ ਵੱਲ ਜਾ ਰਹੇ ਉਹ ਹੋ। ਯਾਰ ਤਾਰਕ ਸਾਹਿਬ ਕਿਉਂ ਲੜਦੇ ਹੋ ਮੈਂ ਕੋਈ ਤੁਹਾਡੇ ਮੁਖਾਲਫ ਮੈਂ ਕੀ ਕਹਿ ਰਿਹਾ ਬਈ ਜੇ ਮੈਂ ਤੁਸੀਂ ਇਹ ਆਪਣੀ ਕਹਿ ਰਿਹਾ ਗੱਲ ਤੇ ਕਿ ਠਹਿਰੋ ਦੇਖੋ ਤੇ ਸਹੀ। ਮੁਜੱਦਦ ਮੈਂ ਠਹਿਰਿਆ ਵਾਂ ਜਦੋਂ ਹਾਂ ਤੁਸੀਂ ਕਹਿੰਦੇ ਹੋ ਨਾ ਕਿ ਇੱਕ ਮੁਜੱਦਦ ਹੈ ਉਹਨੇ ਤਜਦੀਦ ਕੀਤੀ ਹੈ ਨਾ ਹਾਂ ਦੀਨ ਚ ਆ ਕੇ ਹਾਂ ਉਹਨੇ ਤਜਦੀਦ ਉਹਨੇ ਨਾ ਤੇ ਅਲ ਅਜ਼ਹਰ ਚ ਪੜ੍ਹ ਕੇ ਕੀਤੀ ਹੈ ਤੇ ਨਾ ਕਿਧਰੇ ਉਧਰ ਉਹਨੇ ਖੁਦਾ ਕੋਲੋਂ ਖਬਰਾਂ ਪਾ ਕੇ ਹੀ ਤਜਦੀਦ ਕੀਤੀ ਹੈ ਜੀ। ਤੇ ਉਹ ਫਿਰ ਪੈਗਾਮ ਉਹਨੇ ਅੱਗੇ ਵੀ ਪਹੁੰਚਾਇਆ ਹੋਰ ਨਬੂਵਤ ਕੀ ਹੈ ਮੈਂ ਇਹੀ ਤੇ ਕਹਿ ਰਿਹਾ ਹਾਂ ਮੈਂ ਵੀ ਇਹੀ ਕਹਿ ਰਿਹਾ। ਫਿਰ ਤਾਂ ਤੁਸੀਂ ਹਾਂਜੀ ਮੈਂ ਔਰ ਤੁਸੀਂ ਇੱਕੋ ਹੀ ਪੇਜ ਤੇ ਆ ਗਏ ਨਾ। ਫਿਰ ਇਹ ਹਾਂ ਦੱਸੋ ਕਿ ਐਸਾ ਮੁਜੱਦਦ ਜਿਹੜਾ ਅੱਲਾਹ ਤੋਂ ਵਹੀ ਪਾ ਕੇ ਤਜਦੀਦ ਦੀਨ ਵਾਸਤੇ ਆਇਆ ਹੈ, ਉਹਦੀ ਖਿਲਾਫਤ ਕਿਵੇਂ ਚੱਲ ਪਈ? ਕਿਉਂਕਿ 12 ਤੋਂ ਪਹਿਲੇ ਗੁਜ਼ਰ ਚੁੱਕੇ ਨੇ ਉਹ ਉਹ। ਖਿਲਾਫਤ ਇਸ ਲਈ ਚੱਲ ਪਈ ਕਿਉਂਕਿ ਉਹਦਾ ਜ਼ਿਕਰ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਕੀਤਾ ਸੀ ਕਿ ਉਹਦੇ ਤੇ ਹਾਂਜੀ ਈਮਾਨ ਵੀ ਲਿਆ ਵਾਹ ਵਾਹ ਵਾਹ। ਤੁਸੀਂ ਹੁਣ ਹਾਂਜੀ ਦੇਖੋ ਬਿਲਕੁਲ ਅਗਰ ਉਹ ਤੁਸੀਂ ਇਸ ਲਈ ਹਜ਼ਰਤ ਚੱਲੀ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੇ ਝੂਠ ਦੇਖੋ ਬੋਲਿਆ ਨਾ ਤੇ ਨਬੀ ਅੱਲਾਹ ਦੀ ਕਰੀਮ ਲਾਨਤ ਸੱਲੱਲਾਹੁ ਹੋਏਗੀ ਅਲੈਹਿ ਵਸੱਲਮ ਦੀ ਤੁਹਾਡੇ ਤੇ। ਹੁਣ ਉਹ ਹਦੀਸ ਦੱਸੋ, ਉਹਨਾਂ ਦੀ ਹਦੀਸ ਹੈ ਹਦੀਸ ਕਿ ਦੱਸੋ ਵਾਲੀ। ਹਾਂ ਮੇਰੇ ਔਰ ਉਹਦੇ ਦਰਮਿਆਨ ਕੋਈ ਨਬੀ ਨਹੀਂ ਇਹ ਹਦੀਸ ਵੀ ਹੈ ਅੱਛਾ ਉਹਨਾਂ ਦੀ ਹੁਣੇ ਤੁਸੀਂ ਕਹਿ ਰਹੇ ਹੋ ਮੁਜੱਦਦ ਨਬੀ ਨੇ। ਹਾਂਜੀ ਨਹੀਂ ਮੁਜੱਦਦਾਂ ਦੇ ਤੇ ਈਮਾਨ ਲਿਆਂਦਾ ਤੇ ਜ਼ਿਕਰ ਨਹੀਂ ਹੈ ਨਾ ਕਿਤੇ ਵੀ ਤਜਦੀਦ ਮੈਂ ਤੇ ਹਾਂ ਉਸ ਹਵਾਲੇ ਨਾਲ ਇੱਕ ਨੁਕਤਾ ਪੇਸ਼ ਕਰ ਰਿਹਾ ਕਿ ਤਜਦੀਦ ਜ਼ਾਹਿਰ ਹੈ ਖੁਦਾ ਤੋਂ ਖਬਰ ਪਾਏ ਬਗੈਰ ਤੇ ਨਹੀਂ ਉਹਨਾਂ ਨੇ ਕੀਤੀ ਉਹ ਨਬੀ ਹੋਏ ਨਾ ਫਿਰ ਅੱਲਾਹ ਖੁਦਾ ਤਾਲਾ ਤੋਂ ਨੇ ਖਬਰ ਅੱਲਾਹ ਪਾਉਣ ਤਾਲਾ ਨੇ ਵਾਲਾ, ਦੱਸਿਆ ਨਾ ਉਹਨਾਂ ਨੂੰ ਅੱਲਾਹ ਤਾਲਾ ਨੇ ਕਲਾਮ ਹੀ ਕੀਤਾ ਨਾ ਫਿਰ ਨਬੀ ਹੋਏ ਨਾ। ਆ ਮੁਜੱਦਦ ਨਬੀ ਹੋਇਆ। ਮੈਂ ਲੇਕਿਨ ਉਹਨਾਂ ਤੇ ਈਮਾਨ ਲਿਆਉਣ ਦਾ ਜ਼ਿਕਰ ਨਹੀਂ ਸੀ ਉਹ ਮੁਜੱਦਦ ਨਬੀ ਅੱਲਾਹ ਹੈ, ਨੇ ਇੱਕ ईमान ਦਾ ले ਹੀ आंदा ਜ਼ਿਕਰ जिक्र नहीं है। ਹਾਂਜੀ हाँ जी, तो मिर्ज़ा साहब तो कह रहे हैं ये कहना कि मुजद्ददों पर ईमान लाना कुछ फर्ज नहीं, खुदा ताला के हुक्म से इनहिराफ है। इनहिराफ समझ दो की हुंदा है? ਹਾਂਜੀ हाँ और ओदी दलील की दे रहे ने आयत इस्तखलाफ व मन कफर बाद ज़ालिका फ़उलाइका हुमुल फासिकून, यानी जड़ा खलीफा मुजद्दद दी सूरत च आ जाए ओदा जड़ा इनकार करे फासिक है, अल्लाह रसूल दा नाफरमान। ਤੁਸੀਂ ਕਹਿੰਦੇ ਹੋ ਈਮਾਨ ਲਿਆਉਣਾ ਜ਼ਰੂਰੀ ਨਹੀਂ। ਇਹ ਕਿਹੜਾ ਫਲਸਫਾ ਕੱਢਿਆ ਤੁਸੀਂ? ਤੇ ਮਿਰਜ਼ਾ ਸਾਹਿਬ ਦਾ ਤੇ ਨਹੀਂ ਹੈ। ਉਹਦੇ ਚ ਫਿਰ ਮੇਰੇ ਜ਼ਿਹਨ ਚ ਇੱਕ ਹੋਰ ਗੱਲ ਵੀ ਆਉਂਦੀ ਹੈ ਨਾ ਹਾਂ ਕਿ ਉਹ ਹੋ ਸਕਦਾ ਹੈ ਕਿ ਕਿਉਂਕਿ ਮੈਂ ਨਬੀ ਦੇ ਜਿਹੜੇ ਆਉਣ ਦੀਆਂ ਨੇ ਨਾ ਇੱਕ ਦੋ ਵਜੂਹਾਤ ਉਹ ਮੇਨ ਨੇ। ਇੱਕ ਤੇ ਉਹ ਹੈ ਕਿ ਉਦੋਂ ਸ਼ਿਰਕ ਜਿਹੜਾ ਉਹ ਬਹੁਤ ਫੈਲ ਜਾਂਦਾ ਕਿ ਲੋਕ ਜ਼ਿਆਦਾ ਜਿਹੜਾ ਨਾ ਉਹ ਦੁਨਿਆਵੀ ਗਲਾਜ਼ਤ ਦੇ ਵਿੱਚ ਪੈ ਜਾਂਦੇ ਨੇ। ਉਹ ਜਿਹੜਾ ਇੱਕ ਸਿਸਟਮ ਚੱਲ ਰਿਹਾ ਹੁੰਦਾ ਜਿਵੇਂ ਹਜ਼ਰਤ ਮੂਸਾ ਅਲੈਹਿਸਲਾਮ ਦੇ ਦੌਰ ਦੇ ਵਿੱਚ ਸੀ ਕਿ ਉਹ ਪੈਦਰ ਪੈ ਵਿਗਾੜ ਪੈਦਾ ਹੁੰਦੇ ਰਹਿੰਦੇ ਸੀ, ਲੋਕ ਸ਼ਿਰਕ ਵੱਲ ਚਲੇ ਜਾਂਦੇ ਸੀ ਤੇ ਫਿਰ ਉੱਥੇ ਨਬੀ ਦੀ ਜ਼ਰੂਰਤ ਪੈ ਜਾਂਦੀ ਸੀ। ਤੇ ਉਦੋਂ ਜਿਹੜੇ ਪਹਿਲੇ ਮੁਜੱਦਦੀਨ ਗੁਜ਼ਰੇ ਨੇ ਫਿਰ ਉਹ ਇੰਨਾ ਉਹ ਨਹੀਂ ਨਾ ਉਹਦੇ ਕਿਉਂਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਤੇ ਕਿਆਮਤ ਤੱਕ ਦੇ ਵਾਕਿਆਤ ਤੇ ਨਜ਼ਰ ਸੀ ਨਾ, ਇਸ ਲਈ ਉਹਨਾਂ ਨੇ ਬਾਕੀਆਂ ਦਾ ਨਹੀਂ ਹੁਕਮ ਦਿੱਤਾ, ਇੱਕ ਦਾ ਹੁਕਮ ਦਿੱਤਾ ਕਿ ਉਹਦੇ ਤੇ ਈਮਾਨ ਵੀ ਲਿਆਉਣਾ, ਉਹਨੂੰ ਮੰਨਣਾ ਵੀ ਹੈ। ਯਾਨੀ ਅਜੀਬ ਆਦਮੀ ਹੋ ਤੁਸੀਂ। ਉਹਨੂੰ ਹੁਣੇ ਤੁਸੀਂ ਕਹਿ ਰਹੇ ਹੋ, ਤੁਸੀਂ ਆਪਣੀ ਗੱਲ ਤੇ ਖੁਦ ਹੀ ਤਰਜੀਹ ਕਰਦੇ ਰਹਿੰਦੇ। ਹੁਣੇ ਤੁਸੀਂ ਕਹਿ ਰਹੇ ਹੋ ਕਿ ਜ਼ਿੱਲੀ ਨਬੂਵਤ ਦਾ ਸਿਲਸਿਲਾ ਕਿਆਮਤ ਤੱਕ ਜਾਰੀ ਹੈ। ਮੁਜੱਦਦ ਜ਼ਿੱਲੀ ਨਬੀ ਹੁੰਦਾ ਹੈ, ਜ਼ਿੱਲੀ ਨਬੂਵਤ ਦਾ ਸਿਲਸਿਲਾ ਕਿਆਮਤ ਤੱਕ ਜਾਰੀ ਹੈ। ਤੁਸੀਂ ਆਪ ਹੀ ਮੰਨਿਆ, ਮਿਰਜ਼ਾ ਸਾਹਿਬ ਵੀ ਇਹੀ ਕਹਿ ਰਹੇ ਨੇ ਜ਼ਿੱਲੀ ਨਬੂਵਤ ਦਾ ਸਿਲਸਿਲਾ ਕਿਆਮਤ ਤੱਕ ਜਾਰੀ ਹੈ। ਔਰ ਤੁਸੀਂ ਮੰਨਿਆ ਹੈ ਕਿ ਮੁਜੱਦਦ ਜਿਹੜਾ ਜ਼ਿੱਲੀ ਨਬੀ ਹੁੰਦਾ ਹੈ, ਮੰਨ ਲਿਆ ਨਾ ਤੁਸੀਂ? ਹਾਂ। ਤੇ ਮਿਰਜ਼ਾ ਸਾਹਿਬ ਤੋਂ ਪਹਿਲੇ 12 ਜ਼ਿੱਲੀ ਨਬੀ ਗੁਜ਼ਰ ਚੁੱਕੇ ਨੇ। ਮਿਰਜ਼ਾ ਸਾਹਿਬ 13ਵੇਂ ਸੀ ਜ਼ਿੱਲੀ ਨਬੀ ਤੇ ਉਹ ਕਹਿੰਦੇ ਨੇ ਇਹ ਸਿਲਸਿਲਾ ਕਿਆਮਤ ਤੱਕ ਜਾਰੀ ਹੈ। 12 ਤੋਂ ਇਲਾਵਾ ਵੀ ਹੋ ਸਕਦੇ ਨੇ। ਮੈਂ ਦੱਸਿਆ ਉਹਨਾਂ ਦੀ ਹਦੀਸ ਹੈ ਕਿ ਮੇਰੀ ਯਾਨੀ ਉਮਤ ਦਾ ਹਰ ਤੁਹਾਡਾ ਫਲਸਫਾ ਸੀ ਮੰਨਣਾ ਕਿ ਮਿਰਜ਼ਾ ਸਾਹਿਬ ਦਾ, ਮਿਰਜ਼ਾ ਸਾਹਿਬ ਕਹਿੰਦੇ ਮੇਰੇ ਤੋਂ 12 ਪਹਿਲੇ ਆਲਮ ਹੈ ਨਾ ਜਿਹੜਾ ਉਹ ਵੀ ਨਬੀਆਂ ਦੇ ਬਰਾਬਰ ਹੈ। ਹੁਣ ਬਰਾਬਰ ਤੋਂ ਕੀ ਮੁਰਾਦ ਹੈ? ਯਾਨੀ ਮਿਰਜ਼ਾ ਸਾਹਿਬ ਤੋਂ ਪਹਿਲੇ ਹਜ਼ਾਰਾਂ ਨਬੀ ਗੁਜ਼ਰ ਚੁੱਕੇ ਨੇ। ਮੈਂ ਗੱਲ ਇਹ ਹੈ ਕਿ ਨਬੀ ਕੀ ਸੱਲਮ ਦੀ ਹਦੀਸ ਹੈ, ਉਹਦਾ ਕੱਢੋ ਮਤਲਬ ਕਿ ਮੇਰੀ ਉਮਤ ਦਾ ਹਰ ਬਾਪ ਤੁਸੀਂ ਮਤਲਬ ਆਪ ਹੀ ਕੱਢਣਾ ਹੈ ਜੋ ਨਬੀਆਂ ਦੇ ਬਰਾਬਰ ਹੈ ਔਰ ਬਾਜ਼ ਦਫਾ ਉਹਨਾਂ ਤੋਂ ਵੀ ਉੱਤੇ ਹੈ ਤੇ ਉਹਦਾ ਹੁਣ ਕੀ ਮਤਲਬ ਕੱਢੋਗੇ? ਉਹ ਮਸੀਹ ਮੌਊਦ ਨੇ ਜੋ ਕਿਹਾ ਸੀ ਉਹ ਗੱਲ ਮੰਨੀ ਕਿ ਤੁਹਾਡੇ ਮਤਲਬ ਮੰਨੇ। ਮੈਂ ਤੇ ਨਹੀਂ 12 ਤੇ ਠਹਿਰ ਰਿਹਾ ਨਾ, ਮੈਂ ਨਹੀਂ 12 ਤੇ ਠਹਿਰ ਰਿਹਾ। ਨਹੀਂ ਤੁਸੀਂ ਨਾ ਠਹਿਰੋ ਤੇ ਮਸੀਹ ਮੌਊਦ ਨੂੰ ਵੀ ਛੱਡੋ, ਉਹਨੂੰ ਦਜਾਲ ਕਜ਼ਾਬ ਡਿਕਲੇਅਰ ਕਰੋ ਜਿਹੜਾ ਕਹਿ ਰਿਹਾ ਹੈ ਮੈਂ 13ਵਾਂ ਖਲੀਫਾ, ਮੇਰੇ ਤੋਂ 12 ਪਹਿਲੇ ਗੁਜ਼ਰ ਚੁੱਕੇ ਨੇ। ਇੱਕ ਮਿੰਟ ਗੱਲ ਸੁਣ ਲਓ, ਤੁਸੀਂ ਗੁੱਸੇ ਇਸ ਤਰ੍ਹਾਂ ਆ ਕੇ ਫਜ਼ੂਲ ਗੱਲਾਂ ਤੇ ਕਰਨ ਦਾ ਬਈ ਫਜ਼ੂਲ ਗੱਲ ਤੇ ਤੁਸੀਂ ਕਰ ਰਹੇ ਹੋ। ਤੁਸੀਂ ਕਹਿੰਦੇ ਮੈਂ ਨਹੀਂ ਸਮਝਦਾ ਤੇ ਮਸੀਹ ਮੌਊਦ ਤੇ ਇਹੀ ਕਹਿ ਰਹੇ ਹੈ। ਤੁਸੀਂ ਕਹਿੰਦੇ ਮੈਂ ਨਹੀਂ ਸਮਝਦਾ ਤੇ ਮੈਂ ਤੁਸੀਂ ਮਸੀਹ ਮੌਊਦ ਦੇ ਮੁਨਕਰ ਹੋ ਗਏ ਨਾ। ਇੱਕ ਡਿਸਕਸ਼ਨ ਹੋ ਰਹੀ ਹੈ, ਕਾਦੀ ਜੰਗ ਕਾਦੀ ਲੱਗ ਗਈ? ਡਿਸਕਸ਼ਨ ਕਾਦੀ? ਬਈ
ਸਾਡੇ ਲਈ ਹੁਜਤ ਮਿਰਜ਼ਾ ਸਾਹਿਬ ਨੇ ਨਾ, ਤੁਹਾਡੇ ਲਈ ਵੀ ਮੇਰੇ ਲਈ ਜੀ ਵੀ। ਜੇ ਮੇਰੀ ਗੱਲ ਸੁਣੋ, ਜੇ ਤੁਹਾਨੂੰ ਦਵਾਈ ਸ਼ਵਾਈ ਦੀ ਜ਼ਰੂਰਤ ਹੈ ਤੁਸੀਂ ਖਾ ਲਓ ਬੇਸ਼ੱਕ, ਥੋੜਾ ਠੰਡੇ ਹੋ ਜਾਓ, ਕੁਝ ਨਹੀਂ ਹੋਣ ਡਿਆ। ਇੱਕ ਅਜੀਬ ਡਿਸਕਸ਼ਨ ਕਰ ਆਦਮੀ ਹੋ ਰਹੇ ਤੁਸੀਂ। ਆ, ਮੈਂ ਤੁਹਾਨੂੰ ਮੈਂ ਤੁਹਾਨੂੰ ਮਿਰਜ਼ਾ ਕੋਈ ਸਾਹਿਬ ਦੀ ਤਾਲੀਮ ਪੇਸ਼ ਕਰਨਾ, ਤੁਸੀਂ ਕਹਿੰਦੇ ਹੋ ਮੈਂ ਤੁਸੀਂ ਮੈਨੂੰ ਤੁਹਾਨੂੰ ਪਾਗਲ ਕਿਹਾ ਕਿ ਡਿਕਲੇਅਰ ਕਰ ਤੁਸੀਂ ਰਹੇ ਹੋ। ਕੋਈ ਗਲਤ ਫਰਮਾ ਰਹੇ ਹੋ, ਮੈਂ ਤੁਹਾਨੂੰ ਕਿਹਾ ਤੁਸੀਂ ਗਲਤ ਫਰਮਾ ਰਹੇ ਹੋ ਨਾ, ਤੁਸੀਂ ਗਲਤ ਫਰਮਾ ਰਹੇ ਹੋ ਜਦੋਂ ਤੁਸੀਂ ਕਹਿੰਦੇ ਹੋ ਮੈਂ ਗਲਤ ਫਰਮਾ ਰਿਹਾ ਮੈਂ ਹਾਂ, ਮਿਰਜ਼ਾ ਗਲਤ ਸਾਹਿਬ ਦੀ ਇਹ ਗਲਤੀ ਗੱਲ ਨਹੀਂ ਮੰਨਦਾ ਕਿ ਪਹਿਲੇ 12 ਗੁਜ਼ਰ ਚੁੱਕੇ ਨੇ, ਤੁਸੀਂ ਕਹਿੰਦੇ ਹੋ ਨਹੀਂ ਜ਼ਿਆਦਾ ਗੁਜ਼ਰੇ ਨੇ। ਮੈਂ ਇਹ ਤੇ ਕਹਿ ਰਿਹਾ ਕਿ ਇੰਨਾ ਤੈਸ ਚਾਹਨ ਦੀ ਕੀ ਜ਼ਰੂਰਤ ਹੈ, ਆਰਾਮ ਨਾਲ ਵੀ ਗੱਲ ਹੋ ਸਕਦੀ ਹੈ। ਠੀਕ ਹੈ, ਮੈਂ ਤੁਹਾਨੂੰ ਕੋਈ ਚੁਟਲਾ ਨਹੀਂ ਰਿਹਾ, ਚੁਟਲਾਉਣ ਦੀ ਕੋਸ਼ਿਸ਼ ਕੀਤੀ। ਚੁਟਲਾ ਹੀ ਤੇ ਰਹੇ ਹੋ। ਮੈਂ ਤੇ ਆਪਣੀ ਇੱਕ ਗੱਲ ਕਰ ਰਿਹਾ ਵਾਂ। ਤੇ ਤੁਹਾਡੀ ਗੱਲ ਮੈਂ ਕਿਉਂ ਮੰਨਾਂ ਕਿ ਤੁਸੀਂ ਮਸੀਹ ਮੌਊਦ ਹੋ? ਕੀ ਬਕਵਾਸ ਹੈ ਯਾਰ, ਹੱਦ ਹੋ ਗਈ ਆ। ਮੈਂ ਆਪਣੀ ਗੱਲ ਕਰ ਰਿਹਾ, ਉਹ ਗੱਲ ਮਸੀਹ ਮੌਊਦ ਦੀ ਕਰਨੀ ਹੈ ਕਿ ਆਪਣੀ ਆਪਣੀ ਕਰਨੀ ਹੈ? ਹਰ ਕੋਈ ਬੰਦਾ ਆਪਣੀ ਗੱਲ ਕਰੇਗਾ। ਤੁਸੀਂ ਕਹੋ ਜੀ ਦੇਖੋ ਮਸੀਹ ਮੌਦ, ਜਿੱਥੇ ਮੈਂ ਤੁਹਾਨੂੰ ਕਹਿ ਰਿਹਾ ਕਿ ਮਸੀਹ ਮੌਦ ਕਹਿੰਦੇ 12 ਮੇਰੇ ਤੋਂ ਪਹਿਲੇ ਗੁਜ਼ਰੇ, ਮੈਂ 13ਵਾਂ ਖਲੀਫਾ ਹਾਂ, ਤੁਸੀਂ ਕਹੋ ਕਿ ਨਹੀਂ ਮਸੀਹ ਮੌਦ ਨੇ ਇਹ ਗੱਲ ਨਹੀਂ ਕਹੀ, ਮਸੀਹ ਮੌਦ ਨੇ ਇਹਦੇ ਇਲਾਵਾ ਗੱਲ ਕਹੀ, ਫਿਰ ਤਾਂ ਗੱਲ ਬਣਦੀ ਹੈ। ਤੁਸੀਂ ਕਹੋ ਮੇਰਾ ਇਹ ਖਿਆਲ ਹੈ, ਮੈਂ ਤੁਹਾਡੇ ਖਿਆਲ ਦਾ ਕੀ ਕਰਾਂ? ਮੈਂ ਮੇਰੇ ਖਿਆਲ ਨੂੰ ਚੁਟਲਾ ਦਿਓ ਨਾ। ਹਾਂ ਮੈਂ ਉਹੀ ਕਰ ਰਿਹਾ, ਕਰਦੇ ਬਸ ਇੰਨੀ ਗੱਲ। ਤੁਹਾਡੇ ਖਿਆਲ ਨੂੰ ਝੁਠਲਾ ਰਿਹਾ ਮੈਂ ਰਸੂਲullah ਦੀ ਹਦੀਸ ਪੇਸ਼ ਕੀਤੀ, ਉਹਨੂੰ ਚੁਟਲਾ ਦਿਓ। ਅੱਛਾ, ਤੇ ਇਹਦਾ ਮਤਲਬ ਮਿਰਜ਼ਾ ਸਾਹਿਬ ਨੇ ਕਹਿ ਰਹੇ ਕਿ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨੇ ਆ ਫਰਮਾਇਆ। ਮੇਰੀ ਗੱਲ ਸੁਣੋ ਨਾ, ਨਬੀ ਕਰੀਮ ਨੇ ਹਦੀਸ ਪੇਸ਼ ਕੀਤੀ ਨਾ, ਮਿਰਜ਼ਾ ਸਾਹਿਬ ਨੇ ਉਹਨੂੰ ਝੁਠਲਾ ਕੇ, ਮਿਰਜ਼ਾ ਸਾਹਿਬ ਨੇ ਉਹਨੂੰ ਝੁਠਲਾ ਦਿੱਤਾ ਨਬੀ ਕਰੀਮ ਨੂੰ, ਫਿਰ ਠੀਕ ਹੈ ਮਿਰਜ਼ਾ ਸਾਹਿਬ ਨੂੰ ਮੰਨਣਾ ਚਾਹੀਦਾ। ਮੈਂ ਤੇ ਇਹ ਹਦੀਸ ਪੇਸ਼ ਕੀਤੀ ਹੈ, ਤੁਸੀਂ ਉਹਨੂੰ ਝੁਠਲਾ ਦਿਓ। ਕਿੱਥੇ, ਕਿਹੜੀ ਹਦੀਸ ਪੇਸ਼ ਕੀਤੀ? ਉਹਦੇ ਕੀ ਕਰ ਸਕਦਾ ਕਿ ਕਿਹੜੀ ਹਦੀਸ ਪੇਸ਼ ਕੀਤੀ ਹੈ? ਮੇਰੀ ਉਮਤ ਦਾ ਬਾਅਮਲ ਆਲਮ ਵੀ ਹੈ ਨਾ ਜਿਹੜਾ, ਉਹ ਪੁਰਾਣੇ ਨਬੀਆਂ ਦੇ ਬਰਾਬਰ ਹੈ, ਉਹਨਾਂ ਤੋਂ ਵੀ ਬਾਜ਼ ਦਫਾ ਅਫਜ਼ਲ ਹੈ। ਹਾਂ, ਯਾਨੀ ਨਬੀਆਂ ਤੋਂ ਅਫਜ਼ਲ ਹੈ ਉਮਤ ਆਲਮ। ਮੁਹੰਮਦ ਹੁਸੈਨ ਬਟਾਲਵੀ ਨੂੰ ਅਸੀਂ ਨਬੀਆਂ ਤੋਂ ਅਫਜ਼ਲ ਮੰਨ ਸਕਨੇ ਹਾਂ? ਮੁਹੰਮਦ ਹੁਸੈਨ ਬਟਾਲਵੀ ਅਗਰ ਬਾਅਮਲ ਆਲਮ ਹੈ ਤੁਹਾਡੇ ਉਹਦੇ ਨਜ਼ਰੀਏ ਦੇ ਵਿੱਚ, ਤੁਹਾਡੇ ਨਜ਼ਰੀਏ 'ਚ ਨਹੀਂ ਹੈ? ਮੈਨੂੰ ਤੇ ਉਹਦੇ ਤੇ ਕੋਈ ਇਤਰਾਜ਼ ਨਹੀਂ। ਤੁਹਾਡੇ ਨਜ਼ਰੀਏ 'ਚ ਉਹ ਨਹੀਂ ਹੈ? ਮੇਰੇ 'ਚ ਨਹੀਂ ਹੈ, ਕਿਉਂਕਿ ਉਸ ਜ਼ਮਾਨੇ ਦੇ ਇਮਾਮ ਨੂੰ ਉਹਨਾਂ ਨੇ ਠੁਕਰਾ ਦਿੱਤਾ ਤੇ ਮੇਰੇ ਤੇ ਫਿਰ ਦੇਖੇ ਨਾ, ਗੱਲ ਤੇ ਇੱਥੇ ਮੁੱਕੀ ਕਿ ਬਾਅਮਲ ਆਲਮ ਹੋਣ ਨਾਲ ਫਰਕ ਨਹੀਂ ਪੈਂਦਾ, ਜ਼ਮਾਨੇ ਦੇ ਇਮਾਮ ਨੂੰ ਮੰਨਣਾ ਜ਼ਰੂਰੀ ਹੈ। ਗੱਲ ਮੁੱਕੀ ਨਾ ਇੱਥੇ। ਹਾਂ, ਤੇ ਉਹ ਤੇ ਮੈਂ ਦੱਸ ਰਿਹਾ ਕਿ ਜ਼ਮਾਨੇ ਦੇ ਇਮਾਮ ਦਾ ਮੰਨਣ ਦਾ ਹਜ਼ੂਰ ਨੇ ਜ਼ਿਕਰ ਕੀਤਾ ਕਿ ਮੇਰੇ ਉਹਦੇ। ਹਾਂਜੀ, ਤੇ ਜ਼ਮਾਨੇ ਦੇ ਇਮਾਮ ਦਾ ਮੰਨਣਾ ਜ਼ਰੂਰ ਕੀਤਾ ਹੈ। ਹਜ਼ਰਤ ਮਸੀਹ ਮੌਦ ਨੇ ਕਿਹਾ ਹੈ, ਫਰਮਾਇਆ ਹੈ ਬਾਰ-ਬਾਰ, ਤੇ ਮੈਂ ਉਹ ਕਹਿ ਰਿਹਾ ਕਿ ਨਬੀ ਆ ਜੇ ਤੇ ਸਾਨੂੰ ਤਕਲੀਫ, ਤੁਹਾਨੂੰ ਦਰਦ ਕਿਹੜੀ ਸ਼ੈ ਦੀ? ਉਹ ਤੁਹਾਨੂੰ ਦਰਦ ਹੋ ਰਹੀ ਹੈ ਭਾਈ, ਮੈਂ ਤੇ कहना है मिर्जा साहब ने किया जिल्ली नबूवत का सिलसिला क़यामत तक जारी है, और ए आयत इस्तखलाफ के मुताबिक हज़रत मुहम्मद सल्लल्लाहु अलैहि वसल्लम दे खुलफा ने मुजद्दिदीन ए क़यामत तक आंदे रहेंगे। दायमी रूहानी खिलाफत है, ए हज़रत मुहम्मद सल्लल्लाहु अलैहि वसल्लम दी खिलाफत है। मिर्जा साहब ਉਹਦੇ 13ਵੇਂ ਖਲੀਫਾ ਹੈ। ਖਲੀਫਾ ਇੱਕ ਨਬੀ ਵੀ ਹੁੰਦਾ ਨਾ, ਠੀਕ ਹੈ, ਮਿਰਜ਼ਾ ਸਾਹਿਬ 13ਵੇਂ ਖਲੀਫਾ ਨੇ। 13ਵੇਂ ਖਲੀਫਾ ਹੈ, 13ਵੇਂ ਖਲੀਫਾ ਦੀ ਖਿਲਾਫਤ ਕਿਵੇਂ ਚੱਲ ਪਈ? ਉਹ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ ਸੀ। ਉਹ ਕਿੱਥੇ ਫਰਮਾਇਆ? ਮੈਂ ਤੁਹਾਨੂੰ ਬਾਰ-ਬਾਰ ਕਹਿਣਾ, ਦੱਸੋ ਕਿੱਥੇ ਫਰਮਾਇਆ 13ਵੇਂ ਖਲੀਫਾ ਦੀ ਖਿਲਾਫਤ ਚੱਲੇਗੀ? ਕਿੱਥੇ ਫਰਮਾਇਆ? ਖਿਲਾਫਤ ਅਲਾ ਮਿਨਹਾਜ ਨਬੂਵਾ ਕਾਇਮ ਹੋਈ। ਖਿਲਾਫਤ ਅਲਾ ਮਿਨਹਾਜ ਨੂੰ ਤੇ ਮਿਰਜ਼ਾ ਸਾਹਿਬ ਖੁਦ ਕਹਿ ਰਹੇ हैं मैं 13ਵਾਂ ਖਲੀਫਾ ਹੈ, ਖਿਲਾਫਤ ਅਲਾ ਮਿਨਹਾਜ ਨਬੂਵਤ ਤੇ ਕਾਇਮ ਆ। ਉਹ ਠੀਕ ਹੈ, ਖਿਲਾਫਤ ਨਵਾਜ਼ ਉਹ 13ਵੇਂ ਖਲੀਫਾ ਨੇ ਨਾ, ਲੇਕਿਨ ਇੱਥੇ ਖਿਲਾਫਤ ਉਹ ਮਿਨਹਾਜ ਨਬੂਵਤ ਤੇ ਨਹੀਂ ਨੇ ਮਿਰਜ਼ਾ ਸਾਹਿਬ। ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨੇ ਇਹ ਜ਼ਿਕਰ ਕੀਤਾ ਸੀ ਕਿ ਮੇਰੀ ਖਿਲਾਫਤ ਤੇ ਉਹ ਖਿਲਾਫਤ ਇੱਕੋ ਜਿਹੀ ਹੈ ਨਾ। ਪਹਿਲੇ ਆਪਣਾ ਮਨਹਜ ਉਸ ਖਿਲਾਫਤ ਤੇ ਬਿਆਨ ਕੀਤਾ ਨਾ, ਤੇ ਮਿਰਜ਼ਾ ਸਾਹਿਬ ਉਸੇ ਖਿਲਾਫਤ ਦੇ 13ਵੇਂ ਖਲੀਫਾ ਨੇ ਨਾ। ਅੱਛਾ, ਉਹ 13ਵੇਂ ਖਲੀਫਾ ਨਬੀ ਨੇ ਨਾ। ਉਹ ਕਿਸ ਨਬੀ ਨੇ? ਤੇ ਖਲੀਫਾ ਨਬੀ ਨਹੀਂ ਹੁੰਦਾ? ਕਾਇਮ ਹੋ ਜਾਏਗੀ, ਤੁਸੀਂ ਕਿਵੇਂ ਖਿਲਾਫਤ ਕਾਇਮ ਕਰੋਗੇ? ਮਤਲਬ ਹੈ ਖੁਦ ਮੈਂ ਕਿਹੜੀ ਖਿਲਾਫਤ ਕਾਇਮ ਕਰ ਰਿਹਾ? ਖਿਲਾਫਤ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਨੇ ਕਾਇਮ ਕੀਤੀ ਹੈ, ਮੁਜੱਦਦੀਨ ਦਾ ਸਿਲਸਿਲਾ, ਜਿਹੜੀ ਉਹ ਕਹਿੰਦੇ ਨੇ ਹਰ ਸਦੀ ਤੇ ਸਿਰ ਤੇ ਆਏਗਾ। ਆਇਤ ਇਸਤਖਲਾਫ 'ਚ ਵੀ ਮਿਰਜ਼ਾ ਸਾਹਿਬ ਕਹਿੰਦੇ ਨੇ, ਇਹਦੇ 'ਚ ਵੀ ਅੱਲਾਹ ਤਾਲਾ ਨੇ ਖਿਲਾਫਤ ਦਾ ਵਾਅਦਾ ਦਿੱਤਾ। ਇਹਨਾਂ ਨੇ ਮੁਜੱਦਦੀਨ ਦਾ ਸਿਲਸਿਲਾ, ਵਿਚਲਾ ਦਰਜਾ, ਵਿਚਲੇ ਦਰਜੇ ਦੱਸੋ ਮੈਨੇ ਕਿੱਥੇ ਕਾਇਮ ਕੀਤਾ? ਉਹਨਾਂ ਨੇ ਕਿਹੜਾ ਵਿਚਲਾ ਦਰਜਾ? ਕਿਹੜਾ? ਗੱਲ ਸੁਣ ਲਓ ਨਾ, ਉਹਨਾਂ ਨੇ ਆਪਣੀ ਖਿਲਾਫਤ ਦਾ ਜ਼ਿਕਰ ਕੀਤਾ ਔਰ ਐਂਡ ਤੇ ਖਿਲਾਫਤ ਉਹਨਾਂ ਲਾ ਮਿਨਹਾਜ ਨਬੂਵਾ ਦਾ ਜ਼ਿਕਰ ਕੀਤਾ। ਦੱਸੋ ਕਿੱਥੇ ਮੁਜੱਦਦੀਨ ਨੇ ਵਿੱਚ ਆਂਦੇ? ਮਿਰਜ਼ਾ ਸਾਹਿਬ ਨੇ ਉਹਦੀ ਤਸ਼ਰੀਹ ਹੈ ਕੀਤੀ ਹੈ। ਤੁਸੀਂ ਜਿਹੜੀ ਵਿੱਚ ਕਾਟ ਖਾਣੇ ਵਾਲੀਆਂ ਬਾਦਸ਼ਾਹਤਾਂ ਦੀ ਉਹ ਭਾਈ ਅਗਲੇ ਦੀ ਵੀ ਸੁਣ ਲੈ ਨਾ, ਉਹ ਅਗਲੇ ਦੀ ਵੀ ਸੁਣ ਲੈ। ਇਹ ਦੱਸੋ ਮੈਨੂੰ। ਹਾਂਜੀ, ਕਾਟ ਖਾਣੇ ਵਾਲੀ ਦੱਸਣਾ ਹੈ ਨਾ, ਸੁਣ ਤੋਂ ਲੋ। ਮਿਰਜ਼ਾ ਸਾਹਿਬ ਨੇ ਉਹਦੀ ਇਹ ਤਸ਼ਰੀਹ ਕੀਤੀ ਹੈ ਕਿ ਇਹਦੇ ਦੇ ਵਿੱਚ 2 ਅਦਵਾਰ ਦਾ ਜ਼ਿਕਰ ਹੈ। ਆਇਤ ਇਸਤਖਲਾਫ ਦੀ ਜਿਹੜੀ ਤਸ਼ਰੀਹ ਕੀਤੀ ਹੈ ਨਾ ਉਹਨਾਂ ਨੇ ਕਿਹਾ ਇਹਦੇ ਵਿੱਚ 2 ਅਦਵਾਰ ਦਾ ਜ਼ਿਕਰ ਹੈ। ਇੱਕ ਉਹ ਦੌਰ ਸੀ ਜਿਹੜਾ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੇ ਬਾਅਦ ਹੋਇਆ, ਜਿਹੜਾ 30 ਸਾਲ ਤੱਕ ਖਤਮ ਹੋ ਗਿਆ। ਉਹਦੇ ਬਾਅਦ ਫਿਰ ਮਲੂਕੀਅਤ ਦਾ ਦੌਰ ਹੋਇਆ, ਫਿਰ ਰੂਹਾਨੀ ਖਿਲਾਫਤ ਦਾ ਦੌਰ ਸ਼ੁਰੂ ਹੋਇਆ ਮਿਨਹਾਜ ਨਬੂਵਤ ਤੇ। ਇੱਕ ਮਿੰਟ ਇੱਥੇ ਹੀ ਖਲੋ ਜਾਓ ਥੋੜਾ ਜਿਹਾ ਪੁਆਇੰਟ। ਇਹ ਜਿਹੜੀ ਮੈਂ ਖਲੋ ਜਾਣਾ, ਤੁਸੀਂ ਨਾ ਖਲੋਣਾ। ਨਹੀਂ, ਮੈਂ 1 ਮਿੰਟ ਦਿਓ ਨਾ। ਇਹ ਜਿਹੜਾ ਮਲੂਕੀਅਤ ਦਾ ਤੇ ਤੁਸੀਂ ਅਗਲਾ ਜਿਹੜੇ 2 ਦੌਰ ਬਿਆਨ ਕੀਤੇ ਨੇ,
ਇਹ ਕਮ ਅਜ਼ ਕਮ 500-600-700 ਸਾਲ ਦੇ ਤੇ ਹੈ ਨੇ, ਇਹਦੇ ਚ ਦੱਸੋ ਕਿੱਥੇ ਮਜਜ਼ੀਅਤ ਹੈ? ਇਹ ਤੁਸੀਂ ਫਲਸਫਾ ਕਿੱਥੋਂ ਰਬੂਆ ਦੇ ਵਿੱਚ ਬਹਿ ਕੇ ਮੈਂ ਬਣਾਇਆ ਦੱਸਦਾ 500-600 ਹਾਂਜੀ, ਸਾਲ? ਨਹੀਂ ਬਈ ਅਸੀਂ ਮਸੀਹ ਫਲਸਫੇ ਦੀ ਮੌਤ ਦੀ ਗੱਲ ਗੱਲ ਨਹੀਂ, ਮੰਨੀ ਹੈ ਕਿ ਤੁਹਾਡੀ ਗੱਲ ਮੰਨੀ ਹੈ? ਤੇ ਮਸੀਹ ਮੌਤ ਦਾ ਜ਼ਿਕਰ ਉਹਨਾਂ ਨੇ ਫਿਰ ਐਂਡ ਤੇ ਕੀਤਾ ਹੈ ਨਾ ਕਿ ਫਿਰ ਖਿਲਾਫਤ ਦੇ ਐਂਡ ਮਨਹਜ ਤੇ ਤੇ ਕਿੱਥੇ ਨਬੂਵਤ ਕੀਤਾ ਹੈ? ਕਾਇਮ ਹੋ ਗਈ। ਐਂਡ ਤੇ ਕਿੱਥੇ ਹਾਂਜੀ ਕੀਤਾ ਹੈ? ਮਸੀਹ ਮੌਤ ਤਾਂ ਖੁਦ ਐਂਡ ਹੀ ਕਹਿ ਹੈ। ਰਹੇ ਨੇ ਮੈਂ ਮਿਨਹਾਜ नबूवत ਤੇ ਆਇਆ है और हजरत ਹਾਂਜੀ मोहम्मद सल्लल्लाहु अलैहि वसल्लम ਦੀ ਖਿਲਾਫਤ ਇਸਲਾਮੀਆ ਮੁਹੰਮਦੀਆ ਦਾ ਮੈਂ 13ਵਾਂ ਖਲੀਫਾ ਹਾਂ, ਯਾਨੀ 12 ਉਹਨਾਂ ਤੋਂ ਹਾਂਜੀ, ਉਹ ਪਹਿਲੇ ਗੁਜ਼ਰ ਨਬੀ ਆ ਚੁੱਕੇ ਨਾ, ਨੇ। ਯਾਨੀ ਹਾਂ ਖਿਲਾਫਤ ਨਬੀ ਅਲਾ ਆ। ਮਿਨਹਾਜ ਨਬੂਵਤ ਹਜ਼ਰਤ ਮਿਰਜ਼ਾ ਸਾਹਿਬ ਤੋਂ ਪਹਿਲੇ ਸ਼ੁਰੂ ਹੋ ਚੁੱਕੀ ਸੀ, ਉਹਨਾਂ ਦੇ 12 ਖਲੀਫੇ ਗੁਜ਼ਰ ਚੁੱਕੇ ਨੇ। ਉਹਦਾ ਆਗਾਜ਼ 2ਰੀ ਸਦੀ ਹਿਜਰੀ ਤੋਂ ਉਮਰ ਬਿਨ ਅਬਦੁਲ ਅਜ਼ੀਜ਼ ਤੋਂ ਹੁਆ। ਉਸੇ ਤਰੀਕੇ ਨਾਲ ਮਿਰਜ਼ਾ ਸਾਹਿਬ 13ਵੇਂ ਖਲੀਫਾ ਬਣਦੇ ਨੇ ਨਾ। ਤੇ ਉਹ ਮਿਰਜ਼ਾ ਸਾਹਿਬ ਹਾਂਜੀ ਕਹਿੰਦੇ ਨੇ ਇਹ ਵਾਲੀ ਖਿਲਾਫਤ ਜਿਹੜੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੀ ਖਿਲਾਫਤ ਹੈ, ਇਹ ਦਾਇਮੀ ਰੂਹਾਨੀ ਖਿਲਾਫਤ ਹੈ, ਕਿਆਮਤ ਤੱਕ ਜਾਰੀ ਰਹੇਗੀ। ਉਹਨਾਂ ਨੇ ਨਹੀਂ ਕਿੱਥੇ ਕਿਹਾ ਕਿ ਤੁਸੀਂ ਮੇਰੇ ਬਾਅਦ ਮਿਰਜ਼ਾ ਖਾਨਦਾਨ ਦੀ ਗੱਦੀ ਕੋ ਸ਼ੁਰੂ ਹੋ ਜਾਏਗੀ? ਤੁਸੀਂ ਹਦੀਸ ਦੁਬਾਰਾ ਪੜੋ ਨਾ ਜਾ ਕੇ। ਪਹਿਲੇ ਉਹਨਾਂ ਨੇ ਆਪਣੀ ਖਿਲਾਫਤ ਦਾ ਜ਼ਿਕਰ ਕੀਤਾ, ਜਿਹਦਾ ਤੁਸੀਂ 30 ਸਾਲ ਕਹਿ ਲਓ ਜਾਂ ਜਿੰਨੇ ਵੀ ਕਹਿ ਰਹੇ ਹੋ। ਉਹਦੇ ਬਾਅਦ ਜਿਹੜੀ ਮਲੂਕੀਅਤ, ਬਾਦਸ਼ਾਹਤ ਔਰ ਕਾਟਖਾਨੇ ਵਾਲੀ ਬਾਦਸ਼ਾਹਤ, ਇਹਦੇ ਵਿੱਚ ਮਜੀਦੁਦੀਨ ਤੁਸੀਂ ਪਛਾਣੇ ਨੇ, ਕਿਉਂਕਿ ਉਹ ਐਂਡ ਮਿਰਜ਼ਾ ਸਾਹਿਬ ਫਸਾ ਰਹੇ ਆ ਭਾਈ, ਨਾ ਮੈਂ ਨਹੀਂ ਨਾ ਫਸਾ ਨਾ ਰਿਹਾ। ਨਾ ਮਿਰਜ਼ਾ ਸਾਹਿਬ ਕਹਿ ਰਹੇ ਹੈ ਮਿਰਜ਼ਾ ਸਾਹਿਬ और ਜਿਹੜੇ ਨੇ ਉਹ दोबारा ਮਨਹਜ रूहानी ਮਨਹਜ खिलाफत ਨਬੂਵਤ ਤੇ ਖਿਲਾਫਤ ਕਾਇਮ 2री ਹੋਣੀ सदी ਹੈ, हिजरी ਉੱਥੇ तो शुरू ਮਿਰਜ਼ਾ हुई, ਸਾਹਿਬ ਆ ਜਾਂਦੇ ਨੇ। ਹਾਂਜੀ 2री सदी हिजरी तो शुरू हुई मिर्जा साहब के मुताबिक। मैं ਉਹਦਾ 13ਵਾਂ ਖਲੀਫਾ ਹੈ, ਮਿਨਹਾਜ ਨਬੂਵਤ ਤੇ ਦੇਖੋ ਹੈ, ਮੈਂ और ਆਪਣੀ मिनहाज ਗੱਲ नबूवत ਕਰਤੀ यानी हजरत मोहम्मद सल्लल्लाहु अलैहि वसल्लम ਦੀ ਖਿਲਾਫਤ ਹੈ। ਮੈਂ ਤਾਰਕ ਸਾਹਿਬ ਆਪਣੀ ਗੱਲ ਕਰਤੀ ਹੈ, ਉਹ ਹੁਣ ਤੁਹਾਡੀ ਮਰਜ਼ੀ ਹੈ, ਤੁਸੀਂ ਬੇਸ਼ੱਕ ਜੋ ਮਰਜ਼ੀ ਕਰਦੇ ਤੁਸੀਂ ਹੋ, ਆਪਣੀ ਜਿਹਨੂੰ ਗੱਲ ਨਾ ਮਰਜ਼ੀ ਕਰਿਆ ਮੰਨੀ ਜਾਓ। ਕਰੋ, ਮਸੀਹ ਮੌਤ ਦੀ ਮੈਨੂੰ ਗੱਲ ਉਹਦਾ ਕਰਿਆ ਕਰੋ ਮਸਲਾ ਨਹੀਂ। ਮਿਰਜ਼ਾਈਓ, ਹਾਂਜੀ ਮਸੀਹ ਮੌਤ ਦੀ ਖਲੀਫ ਗੱਲ ਕਰਿਆ ਕਰੋ। ਉਹਨਾਂ ਨੇ ਆਪਣੇ ਖਿਲਾਫਤ ਦਾ ਜ਼ਾਤੀ ਰੱਬਵੀ ਫੁੱਫੜੀ ਫੈਸ ਜਿਹੜੇ ਫਲਸਫੇ ਨੇ ਨਾ, ਉਹ ਨਾ ਬਿਆਨ ਕਰਿਆ ਕਰੋ। ਦੇਖੋ ਤੁਸੀਂ ਕਹੋ ਕਿ ਦੇਖੋ ਖਲੀਫਾ ਮਿਰਜ਼ਾ ਸਾਹਿਬ ਇਹ ਕਹਿ ਰਹੇ ਨੇ, ਤੁਸੀਂ ਤਾਂ ਆਪਣਾ ਖਲੀਫ ਆਪਣਾ ਹਰ ਦਫਾ ਕਹੀ ਜਾਂਦੇ, ਮੇਰਾ ਇਹ ਹਾਂ ਖਿਆਲ ਹੈ, ਮੈਂ ਸਮਝਣਾ ਹੈ ਵੀ ਤੁਹਾਡੇ ਖਲੀਫਾ ਸਮਝਣਾ ਕੀ ਹੁੰਦਾ ਹੈ? ਖਲੀਫਾ ਬੇਸਿਕਲੀ ਤੇ ਨਾਇਬ ਨੂੰ ਕਹਿੰਦੇ ਨੇ ਨਾ, ਉਹ ਅੱਲਾਹ ਦੇ ਖਲੀਫਾ ਨੇ, ਨਬੀ ਨੇ। ਅੱਲਾਹ ਦੇਖੋ ਦਾ ਉਹਨਾਂ ਦੀ ਖਲੀਫਾ ਗੱਲਾਂ ਨੇ। ਨਬੀ, ਉਹ ਮਿਰਜ਼ਾ ਸਾਹਿਬ ਨੇ ਕਿਹਾ ਹੈ ਮੈਂ 13ਵਾਂ ਖਲੀਫਾ ਹਾਂ, ਆਇਤ ਇਸਤਖਲਾਫ ਦੇ ਮੁਤਾबिक मिनहाज नबूवत ਤੇ ਆਇਆ मैं, ਹਾਂਜੀ और ए दायमी रूहानी खिलाफत है, मुजद्ददीन का सिलसिला क़यामत तक जारी है। मिर्ज़ा साहब ने अपनी वफात तो 20 घंटे पहले भी यही किया मुजद्दद आएगा, ना उन्होंने क्या कोई नबी शो आ जाएगा, ना उन्होंने क्या मेरे मिर्ज़ा खानदान की गद्दी शुरू हो जाएगी, उन्होंने क्या मुजद्दद आएगा। अल्लाह हज़रत मोहम्मद सल्लल्लाहु अलैहि वसल्लम का वादा है, अल्लाह ताला ने उन्होंने वादा किया है। ਤੁਸੀਂ ਕਹਿੰਦੇ ਹੋ ਨਹੀਂ, ਇਹ ਨਹੀਂ, ਤੇ ਅੱਲਾਹ ਤਾਲਾ ਨੇ ਹੁਣ ਜੇ ਸਾਡੀ ਉਸ ਤਰ੍ਹਾਂ ਮਿਰਜ਼ਾ ਉਹਨੂੰ ਖਾਨਦਾਨ ਦੀ ਲੈਣਾ ਗੱਦੀ ਹੈ, ਚੱਲੇਗੀ। ਨਹੀਂ ਮਿਰਜ਼ਾ ਖਾਨ ਚਲੋ ਕੋਈ ਨਹੀਂ, ਉਹਦੀ ਉਹ ਮੈਂ ਹੁਣ ਉਹਦੇ ਕੀ ਕਹਿ ਸਕਦਾ। ਬਈ ਲੇਕਿਨ ਮਿਰਜ਼ਾ ਇਹ ਚੀਜ਼ ਮਿਰਜ਼ਾ ਇਹ ਹੈ ਕਿ ਮਿਰਜ਼ਾ ਉਹ ਸਾਹਿਬ ਜਿਹੜੀਆਂ ਦੇ ਬਾਅਦ ਤੁਹਾਡੀਆਂ ਖਿਲਾਫਤ ਦਾ 12 ਕੀ? ਗੱਦੀਆਂ ਨੇ, ਤੁਸੀਂ ਨਹੀਂ ਕਹਿੰਦੇ ਹੋ ਜਿਹੜੀਆਂ ਮਸੀਹ 12 ਦੇ ਖਲੀਫੇ ਨੇ, ਗੱਦੀਆਂ, ਸੌਰੀ ਜਿਹੜੀਆਂ ਕੁਰਾਨ ਦੇ 12 ਵਿੱਚ ਗੱਦੀਆਂ ਕਿੱਥੇ ਵਿੱਚ ਮਸੀਹ ਦੇ ਗੁਜ਼ਰੀਆਂ ਖਲੀਫੇ ਦਾ ਨੇ, ਵਾਅਦਾ ਦਿੱਤਾ ਗਿਆ ਹੈ? ਉਹ 12 ਗੱਦੀਆਂ ਉਸ ਹਦੀਸ 'ਚ ਮੈਨੂੰ ਕੱਢ ਕੇ ਦਿਓ ਨਾ, ਮੈਂ ਤੇ ਇਹ ਕਹਿ ਰਿਹਾ ਉਹ 12 ਯਾਨੀ ਗੱਦੀਆਂ ਮਿਰਜ਼ਾ ਜਿਹੜੀਆਂ ਨੇ ਸਾਹਿਬ ਉਹ ਨੂੰ ਕਿੱਥੇ ਅਸੀਂ ਗਈਆਂ? ਸਾਈਡ ਤੇ ਰੱਖੀਏ, ਮਿਰਜ਼ਾ ਮਿਰਜ਼ਾ ਸਾਹਿਬ ਬੋਲਦੇ ਸਾਹਿਬ ਰਹਿਣ। ਤੇ ਹੈ ਨੇ, ਮਿਰਜ਼ਾ तो फिर ਸਾਹਿਬ ਤੇ मिर्जा ਹੈ। साहब की गल कर रहा मैं, ਤੁਸੀਂ ਫੇਰ ਉਹੀ ਕਹਿੰਦੇ ਹੋ ਉਹ ਕੱਢ ਕੇ ਦਿਖਾਓ ਵੀ ਮਿਰਜ਼ਾ ਸਾਹਿਬ ਕੱਢ ਕੇ ਦਿਖਾ ਰਹੇ ਨੇ ਤੁਹਾਨੂੰ। ਉਹ ਕਹਿੰਦੇ ਨੇ ਮੈਂ 12ਵਾਂ ਖਲੀਫਾ ਹੈ, 13ਵਾਂ ਖਲੀਫਾ ਹੈ, 12 ਮੇਰੇ ਤੋਂ ਪਹਿਲੇ ਗੁਜ਼ਰ ਚੁੱਕੇ ਨੇ, ਮੈਂ ਮਿਨਹਾਜ ਨਬੂਵਤ ਤੇ ਆਇਆ ਆਇਤ ਇਸਤਖਲਾਫ ਦੇ ਮੁਤਾबिक, ਔਰ ਉਹਦੇ ਵਿੱਚ ਹੀ ਦਾਇਮੀ ਰੂਹਾਨੀ ਖਿਲਾਫਤ ਦਾ ਵਾਅਦਾ ਕੀਤਾ ਗਿਆ। ਹਜ਼ੂਰ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਖਲੀਫਾ ਨਹੀਂ ਸੀ? ਯਾਨੀ ਇਹ ਮਿਰਜ਼ਾ ਸਾਹਿਬ ਨੇ ਕਿਹਾ ਹੈ? ਨਹੀਂ ਤੁਸੀਂ ਦੱਸ ਦਿਓ ਨਾ, ਉਹ ਖਲੀਫਾ ਨਹੀਂ ਨਹੀਂ ਮੇਰੇ ਸੀ? ਕੋਲ ਕਿਉਂ ਪੁੱਛਦੇ ਹੋ ਤੁਸੀਂ? ਤੁਸੀਂ ਇੱਥੇ ਕੋਈ ਚੀਜ਼ ਪੇਸ਼ ਬਸ ਕਰਦੇ ਹੋ ਹੋ, ਗਈ ਹੈ, ਤੁਸੀਂ ਮਿਰਜ਼ਾ ਸਾਹਿਬ ਦੀ ਗੱਲ ਪੇਸ਼ ਕਰੋ। ਖਤਮ ਹੋ ਗਈ। ਮੈਂ ਤੇ ਕਹਿ ਰਿਹਾ ਕੱਢੋ 12 ਮੁਜੱਦਦੀਨ ਵਿੱਚ, ਹਜ਼ੂਰ ਵੀ ਯਾਨੀ ਖਲੀਫਾ ਹੀ ਮਿਰਜ਼ਾ ਸਨ, ਸਾਹਿਬ ਨੇ ਅੱਲਾਹ ਦੇ ਝੂਠ ਬੋਲਿਆ ਖਲੀਫਾ ਹੀ ਸੀ। ਕਿ 12 ਮੇਰੇ ਤੋਂ ਪਹਿਲੇ ਆ ਚੁੱਕੇ ਨੇ, ਮਿਰਜ਼ਾ ਸਾਹਿਬ ਝੂਠੇ ਸੀ? ਉਹ ਤੁਸੀਂ ਮੰਨ ਕੇ ਵੀ ਉਹਨਾਂ ਨੂੰ ਕਹਿ ਲਓ ਝੂਠੇ ਸੀ, ਮੈਂ ਤੇ ਨਹੀਂ ਕਹਿ ਤੁਸੀਂ ਝੂਠੇ ਸਕਦਾ। ਕਹਿ ਹੁਣੀ ਤੁਸੀਂ ਕਹਿ ਰਹੇ ਹੋ ਕੱਢ ਕੇ ਦਿਖਾਓ। ਯਾਨੀ ਮਿਰਜ਼ਾ ਮੈਂ ਸਾਹਿਬ ਕਹਿ ਰਹੇ ਮੰਨ ਨੇ ਮੇਰੇ ਤੋਂ 12 ਪਹਿਲੇ ਗੁਜ਼ਰ ਚੁੱਕੇ ਨੇ, ਤੁਸੀਂ ਕਹਿੰਦੇ ਹੋ ਕੱਢ ਕੇ ਦਿਖਾਓ। ਇਹਦਾ ਮਤਲਬ ਤੁਹਾਨੂੰ ਮਿਰਜ਼ਾ ਸਾਹਿਬ ਦੀ ਗੱਲ ਤੇ ਮੈਨੂੰ ਇਤਬਾਰ ਤਾਂ ਨਹੀਂ ਪਤਾ ਨਾ? ਉਹਨਾਂ ਨੇ ਕਿਹਾ ਕਿ ਮੇਰੇ ਬਾਅਦ ਦੂਸਰੀ ਕੁਦਰਤ ਜ਼ਾਹਿਰ ਹੋਗੀ ਤੇ ਉਹ ਹੋ ਗਈ ਹੈ, ਉਹਦੇ 'ਚ ਕੀ ਮਸਲਾ ਤੁਹਾਨੂੰ? दूसरी कुदरत उन्होंने इसीलिए कदों किया? अगर- मेरे मिर्जा खानदान की गद्दी आएगी, उन्होंने किया है तो रूहुल कुदस कोई पाक ही शख्स इख्तिलाफ- खड़ा होएगा और मुजद्दद होएगा। उन्होंने ये गल दसी है ਇਹਦੇ 'ਚ। उन्होंने किया अल्लाह ताला ने सूरतुल कदर 'ਚ वादा ਕੀਤਾ है अल्लाह ताला ने कि हर सदी में मैं मुजद्दद भेजांगा और वो रूहुल कुदस पाकर आएगा। यही गल मिर्जा साहब ने अच्छा। अल वसीयत 'ਚ कही है, उस वक्त तक मिलकर काम करो जब तक को खुदा से रूहुल कुदस पाकर खड़ा ना हो। ਲੇਕਿਨ ਮੈਂ ਠੀਕ ਹੈ, ਚਲੋ ਮੈਂ ਫੇਰ ਇੱਕ ਦਫਾ ਰਿਕੁਐਸਟ ਕਰਾਂਗਾ ਕਿ ਜਿਹੜੀ ਖਿਲਾਫਤੁਲ ਮਿਨਹਾਜ ਨਬੂਵਾ ਵਾਲੀ ਹਦੀਸ ਹੈ ਨਾ, ਉਹਨੂੰ ਦੁਬਾਰਾ ਤਾਰਕ ਸਾਹਿਬ ਗੌਰ ਕਰੋ ਉਹਦੇ ਯਾਰ ਤੇ। ਅਜੀਬ ਹੈ, ਤੁਸੀਂ ਅਕਲ ਦੇ ਅੰਨੇ ਹੋ। ਮੈਂ ਉਹ ਤੁਹਾਨੂੰ ਜਿਹੜੀ- ਮਿਰਜ਼ਾ ਸਾਹਿਬ ਦੀ ਗੱਲ ਪੇਸ਼ ਕਰ ਰਿਹਾ, ਤੁਸੀਂ ਕਹਿੰਦੇ ਹੋ ਨਹੀਂ, ਉਹ ਗੱਲਾਂ ਸਾਰੀਆਂ ਛੱਡੋ ਤੇ ਮੈਂ ਤੁਹਾਡਾ ਫਲਸਫਾ ਜਿਹੜਾ ਨਾ ਉਹ ਮੈਂ ਉਹਦੇ ਤੇ ਗੌਰ ਕਰਨਾ ਸ਼ੁਰੂ ਕਰ ਦਿਆਂ। ਮਿਰਜ਼ਾ ਸਾਹਿਬ ਨੂੰ ਛੱਡ ਦਿਆਂ। ਤੁਸੀਂ ਗਾਲਾਂ ਕੱਢ ਲਓ ਪਹਿਲੇ 2-4, ਬਾਕੀ ਹਾਂਜੀ ਇਹ ਤੁਹਾਡਾ ਇਹੀ ਗੱਲ ਹੈ। ਮੈਂ ਮਿਰਜ਼ਾ ਸਾਹਿਬ ਦੀ ਤਾਲੀਮ ਪੇਸ਼ ਕਰਾਂਗਾ, ਤੁਸੀਂ ਮੈਨੂੰ ਗਾਲਾਂ ਕੱਢੋਗੇ। ਸਟ੍ਰੇਟ ਫਾਰਵਰਡ ਕਰ ਰਿਹਾ ਵਾਂ ਕਿ ਦੁਬਾਰਾ ਉਹਦੇ ਤੇ ਗੌਰ ਕਰਨ ਦੀ ਕੋਸ਼ਿਸ਼ ਕਰੋ। ਗੌਰ ਯਾਰ ਕਰਦੇ ਅਜੀਬ ਤੁਹਾਨੂੰ ਕੀ ਬੇਵਕੂਫ time ਇਨਸਾਨ ਹੋ ਲਾਇਆ ਯਾਰ ਤੁਹਾਡਾ? ਮੈਂ ਮਿਰਜ਼ਾ ਸਾਹਿਬ ਦੀ ਤਾਲੀਮ ਪੇਸ਼ ਕਰ ਰਿਹਾ, ਤੁਸੀਂ ਕਹਿ ਰਹੇ ਹੋ ਨਹੀਂ,
ਤੁਸੀਂ ਜਿਹੜਾ ਗੌਰ ਕਰਕੇ ਮਤਲਬ ਕੱਢਿਆ ਹੈ ਨਾ ਉਹ ਮੰਨਣਾ ਚਾਹੀਦਾ ਹੈ, ਮਿਰਜ਼ਾ ਸਾਹਿਬ ਨੂੰ ਸਾਈਡ ਤੇ ਰੱਖਣਾ ਚਾਹੀਦਾ ਹੈ, ਇਹ ਤੁਸੀਂ ਨਹੀਂ ਕਹਿ ਰਹੇ ਹੋ। ਮੈਂ ਮਿਰਜ਼ਾ ਸਾਹਿਬ ਦੀ ਤਾਲੀਮ ਦੇ ਮੁਤਾਬਕ ਹੀ ਗੱਲ ਕਰ ਰਿਹਾ ਕਿੱਥੇ ਲਿਖਿਆ ਮਿਰਜ਼ਾ ਸਾਹਿਬ ਨੇ ਕਿ ਮੇਰੇ ਬਾਅਦ ਖਿਲਾਫਤ ਦੀ ਗੱਦੀ ਸ਼ੁਰੂ ਹੋ ਜਾਏਗੀ? ਕਿਤੇ ਲਿਖਿਆ ਕਿਤੇ? ਕਿਤੇ ਮਿਰਜ਼ਾ ਸਾਹਿਬ ਨੇ ਕਿਹਾ ਮੁਜੱਦਦੀਨ ਦਾ ਸਿਲਸਿਲਾ ਖਤਮ? ਅੱਛਾ, ਕੋਈ ਮਿਰਜ਼ਾ ਸਾਹਿਬ ਦੀ ਤਹਿਰੀਰ ਦੱਸ ਦਿਓ ਜਿससे उन्होंने किया मुजद्दिदीन ਦਾ ਸਿਲਸਿਲਾ ਮੇਰੇ ਬਾਅਦ ਖਤਮ ਹੋ ਜਾਏਗਾ, ਦੱਸੋ। ਹਾਂਜੀ ਦੂਸਰੀ ਨਹੀਂ ਮੁਜੱਦਦੀਨ। ਅੱਛਾ ਦੇਖੋ, ਜੇ ਮੁਜੱਦਦੀਨ ਨਾਲ ਵੀ ਜਾਓਗੇ ਨਾ ਤੇ ਤੁਸੀਂ ਕੋਈ ਤਜਦੀਦ ਕੋਈ ਨਹੀਂ ਕੀਤੀ। ਆਪਣਾ ਜੰਬਾ ਅਲੈਹਿਸਲਾਮ ਸੌਰੀ ਹਜ਼ਰਤ ਜੰਬਾ ਸਾਹਿਬ ਨੇ ਕੋਈ ਉਹ ਐਡਾ ਕੋਈ ਤਜਦੀਦ ਨਹੀਂ ਕੀਤੀ। ਕੰਮ ਤੇ ਇਹ ਆਮਰ ਨਦੀਰ ਜਦੋਂ ਕਹਿੰਦਾ ਹੈ ਮਿਰਜ਼ਾ ਗੁਲਾਮ ਅਹਿਮਦ ਨੇ ਕੋਈ ਤਜਦੀਦ ਨਹੀਂ ਕੀਤੀ, ਤੁਸੀਂ ਮੰਨ ਲਓਗੇ? ਤੁਸੀਂ ਉਹ ਬਸ ਹਵਾਏਂ ਬਾतें ਕਰਤੀਆਂ ਔਰ ਪਤਾ ਨਹੀਂ ਕੀ ਕਰਤੀਆਂ। ਤੇ ਮਿਰਜ਼ਾ ਸਾਹਿਬ ਨਾਲ ਮੁਰਗੀ ਗੱਲਾਂ ਕਰਦੇ ਸੀ, ਉਹ ਸਰਕੰਡੇ ਨਾਲ ਚਿੜੀਆਂ ਜਮਾ ਕਰ ਕਰਕੇ ਕੱਟ ਕੇ ਖਾਂਦੇ ਪੀਂਦੇ ਸੀ, ਉਹ ਠੀਕ ਸੀ? ਇਸ ਲਈ ਮੈਂ ਤੇ ਹਦੀਸ ਤੁਸੀਂ ਆਪ ਲਿਖਿਆ ਹੈ, ਭਾਈਜਾਨ, ਹਦੀਸ ਤੇ ਤੁਹਾਡੀ ਸੀਰਤ ਅਲ-ਮਹਿਦੀ ਚ ਲਿਖਿਆ ਹੈ ਮਿਰਜ਼ਾ ਸਾਹਿਬ ਦੇ ਨਾਲ 15 ਸਾਲ ਦੀ ਕੁੜੀ ਉਹਨਾਂ ਦੀ ਖਿਦਮਤ ਕਰਦੀ ਸੀ, ਤੁਸੀਂ ਸੀਰਤ ਅਲ-ਮਹਿਦੀ ਲਿਖਿਆ। ਇਹ ਠੀਕ ਹੈ? ਉਹ ਅੱਲਾਹ ਦੇ ਫਜ਼ਲ ਨਾਲ ਕਾਇਮ ਇਹ ਵਾਲਾ ਠੀਕ ਹੈ, ਅੱਲਾਹ ਦੇ ਫਜ਼ਲ ਨਾਲ ਇਹ ਠੀਕ ਹੈ? ਔਰਤਾਂ ਉਹਨਾਂ ਦੀਆਂ ਰਾਤ ਦੀਆਂ ਖਿਦਮਤ ਕਰਦੀਆਂ ਸੀ, ਇਹ ਠੀਕ ਹੈ ਅੱਲਾਹ ਦੇ ਫਜ਼ਲ ਨਾਲ? ਉਹਨੂੰ ਮੁਜੱਦਦ ਮੰਨ ਲਿਆ ਇਸ ਬੰਦੇ ਨੂੰ? ਕਰ ਲੋ ਜਿਹਦੀਆਂ ਔਰਤਾਂ ਰਾਤ ਦੀਆਂ ਖਿਦਮਤ ਕਰਦੀਆਂ, ਨਾ ਮਹਿਰਮ ਔਰਤਾਂ, ਰਾਤ ਦੀ ਹਰ ਵੇਲੇ ਡਿਊਟੀ ਲੱਗੀ ਹੁੰਦੀ ਸੀ, ਪਹਿਰਾ ਹੁੰਦੇ ਸੀ, ਨਾ ਮਹਿਰਮ ਔਰਤਾਂ, ਲੱਤਾਂ ਵੀ ਘੁੱਟਦੀਆਂ ਸੀ ਉਹਨਾਂ ਦੀਆਂ, ਉਹਨਾਂ ਦੇ ਸਾਹਮਣੇ ਨੰਗੇ ਹੋ ਕੇ ਨਹਾਉਂਦੀਆਂ ਵੀ ਸੀ, ਉਸ ਨੂੰ ਅਸੀਂ ਮੁਜੱਦਦ ਮੰਨ ਲਈਏ, ਉਹ ਠੀਕ ਹੈ ਤੁਹਾਡੇ ਵਾਸਤੇ? ਮੈਂ ਤੁਹਾਨੂੰ ਕੁਝ ਨਹੀਂ ਕਹਿਣਾ, ਤੁਸੀਂ ਇਹੀ ਤੁਸੀਂ ਫਰਕ ਕੁਛ ਹੁੰਦਾ ਨਾ ਹੈ ਕਿ ਕਹੋ, ਰੂਹਾਨੀ ਇਹ ਤੁਸੀਂ ਆਪਣਾ ਸਾਰਾ ਕੁਝ ਕਿਹਾ ਹੈ, ਇਹ ਸਾਰੀਆਂ ਗੱਲਾਂ ਤੁਸੀਂ ਆਪਣੇ ਮਸੀਹ ਮੌਤ ਦੇ ਮੁਤਲਕ ਲਿਖੀਆਂ ਹੈ, ਤੁਹਾਡੇ ਵੱਡੇ ਬਸ਼ੀਰੇ ਔਰ ਨਿੱਕੇ ਬਸ਼ੀਰੇ ਨੇ ਲਿਖੀਆਂ। ਸੁਣਤੇ ਲਓ ਇੱਕ ਰੂਹਾਨੀ ਮੁਨਸਲਿਕ ਹੋਣ ਦਾ ਔਰ ਇੱਕ ਗਲਾਜ਼ਤ ਨਾਲ ਮੁਨਸਲਿਕ ਹੋਣ ਨਾਲ। ਬਈ ਮਿਰਜ਼ਾ ਸਾਹਿਬ ਨੇ ਕਦੋਂ ਕਿਹਾ ਹੈ ਮੇਰੇ ਬਾਅਦ ਖਿਲਾਫਤ ਚਲੇਗੀ? ਕਿਉਂਕਿ ਤੁਹਾਡੇ ਕਿਹੜੀ ਆਇਤ ਹੈ ਜਿਹਦੇ ਵਿੱਚ ਲਿਖਿਆ ਮਸੀਹ ਦੀ ਖਿਲਾਫਤ ਜਾਰੀ ਹੋਏਗੀ? ਕਿੱਥੇ ਲਿਖਿਆ? ਤੁਹਾਡੇ ਚ ਰੂਹਾਨੀਅਤ ਨਹੀਂ ਸੀ ਸ਼ੁਰੂ ਤੋਂ ਲੈ ਕੇ। ਰੂਹਾਨੀਅਤ ਨਹੀਂ ਸੀ, ਤੁਸੀਂ ਮਸੀਹ ਮੌਤ ਤੇ ਤੋਹਮਤਾਂ ਲਾ ਕੇ ਉਹਨਾਂ ਦੇ ਉੱਤੇ ਗੰਦ ਉਛਾਲ ਕੇ ਤੇ ਤੁਹਾਨੂੰ ਅਸੀਂ ਮੰਨੀਏ ਕਿ ਤੁਸੀਂ ਮਸੀਹ ਮੌਤ ਦੇ ਮੰਨਣ ਵਾਲੇ ਹੋ। ਤੁਸੀਂ ਤੇ ਬਾਰ-ਬਾਰ ਉਹਨਾਂ ਨੂੰ ਛੱਡਦੇ ਹੋ। ਤੁਸੀਂ ਕਹਿੰਦੇ ਹੋ ਮਸੀਹ ਮੌਤ ਤੇ ਗੱਲ ਨਹੀਂ ਅਸੀਂ ਕਰਨੀ, ਅਸੀਂ ਕੁਰਾਨ ਤੇ ਗੱਲ ਕਰਾਂਗੇ, ਰੂਹਾਨੀ ਖਜ਼ਾਇਨ ਤੇ ਗੱਲ ਨਹੀਂ ਹੋਏਗੀ। ਕਿਉਂਕਿ ਮਿਰਜ਼ਾਈਏ ਤੁਸੀਂ ਭੱਜਦੇ ਹੋ ਰੂਹਾਨੀ ਖਜ਼ਾਇਨ ਤੋਂ, ਮਿਰਜ਼ਾ ਸਾਹਿਬ ਦੀਆਂ ਤਹਿਰੀਰਾਂ ਤੋਂ ਸ਼ਰमिंदा ਹੋ। मिर्जा साहब कहते हैं ना नया नबी आ सकता है ना पुराना, और तुसी मिर्जा साहब दे उलट गल करदे हो नबूवत जा रही है। वो कित्थे जा रही है बई? तुहाडे को पुछिया जे कित्थे जा रही है, तुसी कहंदे हो जब अल्लाह ताला चाहेगा। ਇਹ ਫਿੱਟੇ ਮੂੰਹ ਫਲਸਫੇ ਤੁਸੀਂ ਬਣਾਏ ਹੋਏ ਨੇ ਮਿਰਜ਼ਾਈਆਂ ਨੇ, ਕਿਉਂਕਿ ਤੁਹਾਨੂੰ ਮਿਰਜ਼ਾ ਸਾਹਿਬ ਨਾਲ ਕੋਈ ਦਿਲਚਸਪੀ ਨਹੀਂ, ਤੁਹਾਨੂੰ ਇਸਲਾਮ ਨਾਲ ਕੋਈ ਦਿਲਚਸਪੀ ਨਹੀਂ, ਤੁਹਾਨੂੰ ਕੁਰਾਨ ਨਾਲ ਦਿਲਚਸਪੀ ਨਹੀਂ, ਤੁਹਾਨੂੰ ਸਿਰਫ ਮਿਰਜ਼ਾ ਖਾਨਦਾਨ ਦੀ ਖਿਲਾਫਤ ਨਾਲ ਦਿਲਚਸਪੀ ਹੈ ਕਿ ਸਾਡੀ ਖਿਲਾਫਤ ਚੱਲ ਪਈ ਹੈ, ਅਸੀਂ ਚਮਚੇ ਉਹਦੇ ਵਿੱਚ ਬਹਿ ਕੇ ਚੰਦਾ ਖੋਰੀ ਕਰ ਰਹੇ ਹਾਂ, ਅਯਾਸ਼ੀਆਂ ਕਰ ਰਹੇ ਹਾਂ, ਬਸ ਸਾਨੂੰ ਮਿਰਜ਼ਾ ਸਾਹਿਬ ਕੀ ਕਹਿ ਕੇ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ। ਸ਼ੁਕਰ ਅਲਹਮਦੁਲਿਲਾ, ਐਸੀ ਬਦਬਖਤ ਕੌਮ ਹੋ ਤੁਸੀਂ। ਉਹਨਾਂ ਦੇ ਉੱਤੇ ਤੁਸੀਂ ਤੋਹਮਤਾਂ ਲਾ ਰਹੇ ਹੋ ਮਿਰਜ਼ਾ ਸਾਹਿਬ ਤੇ, ਉਹ ਨੰਗੀਆਂ ਔਰਤਾਂ ਉਹਨਾਂ ਦੇ ਸਾਹਮਣੇ ਨਾ ਆ ਰਹੀਆਂ, ਔਰਤਾਂ ਉਹਨਾਂ ਦੀਆਂ ਲੱਤਾਂ ਘੁੱਟ ਰਹੀਆਂ ਨੇ, ਨਾ ਮਹਿਰਮ ਔਰਤਾਂ, ਤੇ ਤੁਹਾਨੂੰ ਕੋਈ ਸ਼ਰਮ ਹਯਾ ਨਹੀਂ ਆਉਂਦੀ। ਤੁਸੀਂ ਕਹਿੰਦੇ ਹੋ ਸਾਡਾ ਨਬੀ ਹੈਗਾ। ਆਮਰ ਨਜ਼ੀਰ ਨਿਕਲਿਆ ਹੁਣ ਕਿੱਥੇ ਕਿਤੇ ਚਸਕੇ ਲੈਣ ਨੇ। ਹਾਂ ਹੁਣ ਆਮਰ ਨਜ਼ੀਰ ਦੀ ਹੈਲਪ ਮੰਗੋ, ਤੁਹਾਨੂੰ ਬਚਾਏ ਆ ਕੇ, ਮਿਰਜ਼ਾ ਸਾਹਿਬ को ਬਚਾਏ ਤੁਹਾਨੂੰ ਆ ਕੇ। ਉਹ ਮੈਨੂੰ ਪਤਾ ਹੈ ਤੁਹਾਨੂੰ ਮਿਰਜ਼ਾ ਸਾਹਿਬ को ਬਚਾਏ ਆ ਕੇ। ਤਾਰਿਕ ਭਾਈ ਇਹ ਬਾਜ਼ ਲੋਕ ਵਿੱਚ ਗਲਾਜ਼ਤ ਦਾ ਢੇਰ ਨੇ ਜਿਹੜੇ ਬੈਠੇ ਨੇ, ਮੈਂ ਨਹੀਂ ਡਰਦਾ ਕਿਸੇ ਤੋਂ, ਮੈਂ ਨਹੀਂ ਉੱਤੇ ਉਹ ਵੀ ਤੁਸੀਂ ਬੇਸ਼ਰਮ ਹੋ, ਤੁਸੀਂ ਕਿੱਥੋਂ ਡਰਨਾ? ਤੁਹਾਨੂੰ ਤਾਂ ਖਿਲਾਫਤ ਨਾਲ ਦਿਲਚਸਪੀ ਹੈ। ਮੈਂ ਅੱਲਾ ਦੇ ਫਜ਼ਲ ਨਾਲ ਇੱਕ ਰੂਹਾਨੀ ਨਿਜ਼ਾਮ ਨਾਲ ਮੁਨਸਲਿਕ ਆ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਰੂਹਾਨੀ ਨਿਜ਼ਾਮ ਕਿਹੜਾ ਹੈ? ਕੋਈ ਡਰ ਨਹੀਂ। ਰੂਹਾਨੀ ਨਿਜ਼ਾਮ ਦੇ ਵਿੱਚ ਨਿਦਾ ਕਹਿ ਰਹੀ ਹੈ ਮਿਰਜ਼ਾ ਮਸਰੂਰ ਸਾਹਿਬ, ਉਹ ਤੇਰੇ ਸਾਹਮਣੇ ਜ਼ਨਾ ਹੋ ਰਿਹਾ ਹੈ ਮਿਰਜ਼ਾ ਮਸਰੂਰ। ਯਾਰ ਤਾਰਿਕ ਭਾਈ ਯਾਰ ਇਹ ਰੂਹਾਨੀ ਨਿਜ਼ਾਮ ਹੈ ਤੁਹਾਡਾ, ਕੰਜਰਖਾਨਾ ਖੋਲਿਆ ਤੁਸੀਂ। तारिक भाई गैर पार्लिमानी अल्फाज यूज ना करें। मिर्जाइयों के साथ मैं जैसे मर्जी बात करूं वो मेरे पेटी भाई हैं। मिर्जाई कंजरखाने ਨੂੰ ਅਸੀਂ ਰੂਹਾਨੀ ਨਿਜ਼ਾਮ ਕਹਾਂਗੇ। ਅੱਲਾਹ ਤਾਲਾ ਜਜ਼ਾ ਦੇ ਤੁਹਾਨੂੰ ਕੋਈ। ਲਫੰਗਾ ਖੋਤਾ ਸਾਲਾ ਵੀ ਲੱਗਿਆ ਹੋਇਆ ਹੈ, ਆਮਰ ਉਹ ਵੀ ਲੱਗਾ ਹੋਇਆ ਹੈ, ਆਮਰ ਜਿਹਨੂੰ ਇਰੈਕਸ਼ਨ ਪ੍ਰੋਬਲਮ ਹੈ ਉਹ ਵੀ ਲੱਗਾ ਹੋਇਆ ਹੈ, ਪਤਾ ਨਹੀਂ ਕਿਵੇਂ ਲੱਗਾ ਹੋਇਆ ਇਹ ਨਹੀਂ ਸਾਨੂੰ ਪਤਾ। ਡਾਕਟਰ ਮੁਬਸ਼ਰ ਵੀ ਲਗਾ हुआ है, ठीक हो गया। ਕੰਜਰਖਾਨਾ ਖੁੱਲਾ हुआ है। ਇਹ ਤੁਹਾਡਾ ਰੂਹਾਨੀ ਨਿਜ਼ਾਮ, ਇਸ ਨੂੰ ਪੇਸ਼ ਕਰ ਦਿਓ ਤੁਸੀਂ ਜਗ੍ਹਾ ਜਗ੍ਹਾ। ਹੁਣ ਦਵਾਈ ਖਾ ਲੋਗੇ ਮਿਹਰਬਾਨੀ ਕਰਕੇ ਅੱਲਾਹ ਦਾ ਨਾਮ। ਹਾਂ ਇਹ ਦਵਾਈ ਮਿਰਜ਼ਾ ਮਸਰੂਰ ਨੂੰ ਖਵਾਓ ਜਿਹੜਾ ਕਹਿੰਦਾ ਮੁਜੱਦਦ ਦਾ ਜ਼ਿਕਰ ਨਾ ਕੁਰਾਨ में ना हदीस में। ਇਹ ਸ਼ੈਤਾਨੀ ਇਲਹਾਮ ਜਿਹਨੂੰ ਹੋਇਆ ਨਾ ਉਹਨੂੰ ਦਵਾਈ ਜਾ ਕੇ ਖਵਾਓ। ਠੀਕ। ਜਿਹੜਾ ਝੂਠ ਬੋਲ ਰਿਹਾ ਹੈ ਅੱਲਾਹ ਤੇ ਵੀ, ਰਸੂਲ ਤੇ ਵੀ, ਕੁਰਾਨ ਤੇ ਵੀ। ਰੂਹਾਨੀ ਨਿਜ਼ਾਮ ਜਿਹੜਾ ਤੁਹਾਡਾ, ਮੈਂ ਤੁਹਾਨੂੰ ਫੁੱਲ ਮੌਕਾ ਦੇ ਰਿਹਾ, ਤੁਸੀਂ ਆਪਣੀ ਫਰਸਟ੍ਰੇਸ਼ਨ ਪੂਰੀ ਕੱਢ ਲਓ। ਹਾਂਜੀ ਹਾਂ ਮੈਂ ਬਿਲਕੁਲ ਕਰਾਂਗਾ।
ਤੁਹਾਡਾ ਰੂਹਾਨੀ ਨਿਜ਼ਾਮ ਨੂੰ ਮੈਂ ਖਦੇੜ ਕੇ ਰੱਖਾਂਗਾ, ਜਿਹੜਾ ਤੁਸੀਂ ਕਹਿੰਦੇ ਹੋ ਰੂਹਾਨੀ ਨਿਜ਼ਾਮ। ਜੇ ਕੰਜਰਖਾਨਾ ਨੂੰ ਰੂਹਾਨੀ ਨਿਜ਼ਾਮ ਕਹਿੰਦੇ ਆ, ਉਹ ਤਾਰਕ ਭਾਈ ਜਜ਼ਨਾ ਕਰ ਰਿਹਾ ਤੁਹਾਡਾ ਦੇਖੋ ਮੁਸਲਿਮ ਮਊਦ ਨੰਗੀ ਔਰਤਾਂ ਨੂੰ ਵੇਖ ਕੇ ਤੇ ਉਹ ਆਪਣੀ ਇਸਲਾਹ ਦਾ ਸ਼ੁਰੂ ਕਰ ਰਿਹਾ ਹੈ ਪ੍ਰੋਗਰਾਮ। ਠੀਕ, ਉਹਨੇ ਉਹ ਖੁਦ ਤੁਹਾਡੇ ਬਿਆਨ ਕੀਤਾ, ਵਰਗੇ ਇਹ ਕਿਸੇ ਮੁਖਾਲਫ ਨੇ ਨਹੀਂ ਦੱਸਿਆ। ਪਿਛਲੇ ਸਵਾ ਇਹ ਸੌ ਕੰਜਰਖਾਨਾ ਸਾਲ ਤੁਹਾਡਾ ਰੂਹਾਨੀ ਨਿਜ਼ਾਮ, ਪਿਛਲੇ ਸਵਾ ਸੌ ਸਾਲ ਤੁਹਾਡੇ ਇਹ ਵਰਗੇ ਕੰਜਰਖਾਨਾ ਤੁਹਾਡਾ ਰੂਹਾਨੀ ਨਿਜ਼ਾਮ ਹੈ। کہ ਤੁਹਾਡਾ ਮੁਸਲਿਮ ਮਊਦ آپ ਕਹਿੰਦਾ ہے کہ مجھے بہت شوق تھا میں ننگی عورتوں کو دیکھوں, موقع نہیں تھا مل رہا. آخر پھر چودھری ظفراللہ خان نے ساڈی ہیلپ ਕੀਤੀ, ਅਸੀਂ ਨੰਗੀ ਔਰਤਾਂ ਵੇਖੀਆਂ, ਠੰਡ ਪਈ ਆਪਣੇ ਆਪ ਨੂੰ. ਅੱਛਾ ਸੁਣ ਲਓ ਨਾ, ਹੁਣ ਮੇਰੀ ਵੀ ਸੁਣ ਲਓ। ਪਿਛਲੇ ਸਵਾ ਸਾਲ ਤੁਹਾਡੇ ਵਰਗੇ ਕਈ ਖਦੇੜਨ ਵਾਲੇ ਆਏ ਨੇ, ਲੇਕਿਨ ਉਹ ਬੇਨਾਮੋ ਨਿਸ਼ਾਨ ਚਲੇ ਗਏ, ਕੀ ਫਾਇਦਾ ਹੋਇਆ? ਦੇਖੋ ਬੇਸ਼ਰਮੀ ਕਿੰਨੀ ਹੈ। ਉਹ ਕਹਿੰਦਾ ਸਾਡਾ ਕੰਜਰਖਾਨਾ ਚੱਲਦਾ ਰਹੇਗਾ, ਕਹਿੰਦਾ ਸਾਡਾ ਕੰਜਰਖਾਨਾ ਚੱਲਦਾ ਰਹੇਗਾ, ਇਹਨੂੰ ਕੋਈ ਨਹੀਂ ਰੋਕ ਸਕਦਾ. ਇਹ ਮਿਰਜ਼ਾਈਅਤ. ਬਹੁਤ ਸਾਰੇ ਲੋਗ ਆਏ لیکن ਸਾਡਾ ਕੰਜਰਖਾਨਾ ਹਜੇ ਤੱਕ ਜਾਰੀ ਹੈ. کیا بات ہے, کیا دلیل ہے, دلیل صداقت دیکھو, کیا بات ہے جی تھوڑی. ہمارا روحانی کنجر خانہ جاری ہے, اس کا مطلب ہم سچے ہیں. علامہ صاحب خوش بلال حنیف حنیف ਨੂੰ ਕੀ ਕਹਿ ਰਹੇ ਹੋ? ਇਹ ਤੇ ਤੁਹਾਡੀਆਂ ਆਪਣੀਆਂ ਕਰਤੂਤਾਂ ਨੇ. ਤੁਸੀਂ ਆਪ ਮਸੀਹ ਮੌਤ ਦਾ ਨਾਮ ਬਦਨਾਮ ਕੀਤਾ ਹੈ. مرزا صاحب نے الہام سی انی مہین من ارادہ احانت کا, تو سب تو زیادہ احانت مرزا صاحب دی تسی مرزائیاں نے کیتی ہے. اس لیے تہاڈی ذلت اور رسوائی ہر جگہ ہوندی ہے. ਅਸੀਂ ਤੇ ਅਲਹਮਦੁਲਿਲਾ ਪੂਰੀ ਦੁਨੀਆ 'ਚ ਕੋਨੇ-ਕੋਨੇ 'ਚ ਰੂਹਾਨੀ ਨਿਜ਼ਾਮ ਕੋਨੇ 'ਚ ਕੰਜਰਖਾਨਾ ਫੈਲਾ ਰਹੇ ਹੋ ਨਾ. ਤੁਹਾਡੇ ਤੇ ਲਾਨਤ ਪਾ ਰਹੇ ਨੇ ਲੋਕੀ, ਤੁਹਾਡੇ ਖਲੀਫਾ ਤੇ ਲਾਨਤ ਪਾ ਰਹੇ, ਤੁਹਾਡੀ ਖਿਲਾਫਤ ਤੇ ਲਾਨਤ ਪਾ ਰਹੇ ਨੇ, ਹਰ ਜਗ੍ਹਾ ਰਸਵਾਈ ਤੁਹਾਡੀ ਹੋ ਰਹੀ ਹੈ. ਠੀਕ ਹੈ. ਤੁਹਾਡੀ ਖਬਾਸਤ ਦੀ ਖਿਲਾਫਤ, ਕਸਰੇ ਖਿਲਾਫਤ ਦੀ ਖਬਾਸਤ ਸਾਹਮਣੇ ਆ ਗਈ ਨਾ ਡੁੱਲ ਡੁੱਲ ਕੇ. ਮਿਰਜ਼ਾ ਤਾਹਿਰ ਦੀ ਆਪਣੀ ਬੇਟੀ ਔਰ ਨਵਾਸੀ ਦੱਸ ਰਹੀ ਹੈ ਕਿ ਇਹ ਖਬਾਸਤ ਹੈ, ਇਹਨਾਂ 'ਚ ਕੋਈ ਰੂਹਾਨੀਅਤ ਨਹੀਂ ਹੈ. ਚਲੋ ਠੀਕ, ਇਹ ਬਾਹਰ ਕਿਸੇ ਨੂੰ ਆ ਕੇ ਨਹੀਂ ਦੱਸਿਆ, ਕੋਈ ਮੁਖਾਲਫ ਨਹੀਂ ਆਇਆ ਇੱਥੇ. ਇਹ ਮਿਰਜ਼ਾ ਤਾਹਿਰ ਦੀ ਆਪਣੀ ਬੇਟੀ ਔਰ ਨਵਾਸੀ ਦੱਸ ਰਹੀ ਹੈ ਕਿ ਇਹ ਕੰਜਰ ਖਾਨਾ ਹੈ. ਔਰ ਮਿਰਜ਼ਾ ਮਸਰੂਰ ਖੁਦ ਕਹਿ ਰਿਹਾ ਉਹਨੂੰ, ਤੁਮਨੇ ਖੁਦ ਪੇਸ਼ ਕੀਤਾ ਥਾ. ਯਾਨੀ ਉਹਨੂੰ ਪਤਾ ਜ਼ਨਾ ਹੋ ਰਿਹਾ ਉਹਦੇ ਨੱਕ ਦੇ ਥੱਲੇ. ਫਿਰ ਤੁਸੀਂ ਕਹਿੰਦੇ ਹੋ ਰੂਹਾਨੀ ਨਿਜ਼ਾਮ ਹੈ. ਲਾਨਤ ਤੁਹਾਡੀ ਅਕਲ ਤੇ. ਠੀਕ, ਕੋਈ ਗੱਲ ਨਹੀਂ, ਅੱਲਾਹ ਤਾਲਾ ਜਜ਼ਾ ਦੇ. ਕੋਈ ਹਾਂਜੀ, ਜਜ਼ਾ ਦੇ ਅੱਲਾਹ ਤਾਲਾ ਤੁਹਾਨੂੰ. ਜਜ਼ਾ ਹੀ ਕਿ ਤੁਹਾਡੇ ਤੇ ਲਾਨਤ ਪਾਏ ਅੱਲਾਹ ਤਾਲਾ. ਤੁਸੀਂ ਇੰਜੋਏ ਕਰੋ, ਨਿਜ਼ਾਮ ਸ਼ੁਰੂ ਕੀਤਾ. ਲੇਕਿਨ ਮੇਰੀ ਇੱਕ ਗੱਲ ਸੁਣ ਲਓ, ਤੁਸੀਂ ਇੰਜੋਏ ਕਰੋ, ਖੁਸ਼ੀਆਂ ਮਨਾਓ. ਮੈਂ ਇੰਜੋਏ ਕਰੋ, ਤੁਸੀਂ ਕੰਜਰਖਾਨਾ ਇੰਜੋਏ ਕਰੋ, ਲੇਕਿਨ ਜ਼ਿਲਤ ਔਰ ਰਸਵਾਈ ਤੁਹਾਡੀ ਵੱਧਦੀ ਜਾਏਗੀ, ਦਿਨ ਬ ਦਿਨ, ਹਰ ਵਕਤ ਵੱਧਦੀ ਜਾਏਗੀ, ਕਿਉਂਕਿ ਤੁਸੀਂ ਮਿਰਜ਼ਾ ਸਾਹਿਬ ਦੀ ਇਹਾਨਤ ਕੀਤੀ ਹੈ. ਠੀਕ ਹੈ, ਬਹੁਤ ਸ਼ੁਕਰੀਆ, ਜਜ਼ਾਕੱਲਾ. ਜੀਂਦੇ ਰਹੋ, ਵਸਦੇ ਰਹੋ, ਕੰਜਰਖਾਨਾ 'ਚ ਮੌਜਾਂ ਮਾਰੋ. ਹੋਰ ਕੋਈ ਫਰਸਟ੍ਰੇਸ਼ਨ ਆਪਣੀ ਜਿਹੜੀ ਕੋਈ ਰਹਿ ਗਈ ਹੈ ਕੱਢਣੀ ਹੈ ਤਾਂ ਕੱਢ ਲਓ, ਕੋਈ ਮਸਲਾ ਨਹੀਂ. ਇਹ ਠੀਕ ਹੈ. ਅਗਰ ਜੇ ਤੁਹਾਨੂੰ ਫਿਰ ਵੀ ਤੁਹਾਨੂੰ ਇੰਨੇ ਬੇਸ਼ਰਮ ਹੋ ਤੇ ਤੁਹਾਨੂੰ ਮਿਰਜ਼ਾ ਸਾਹਿਬ ਦੀ ਤਾਲੀਮ ਦੱਸ ਕੇ ਵੀ ਤੁਹਾਨੂੰ ਸ਼ਰਮ ਨਹੀਂ ਆਈ, ਤੇ ਤੁਹਾਡੀ ਬੇਸ਼ਰਮੀ ਦਾ ਮੈਂ ਕੀ ਕਰ ਸਕਦਾ? ਮੈਂ ਤੁਹਾਨੂੰ ਦੱਸ ਰਿਹਾ, ਟਿਕਟੋਕ ਦੇ ਜਿੰਨੇ ਵੀ ਦੋਸਤ ਬੈਠੇ ਨੇ ਨਾ, ਚਾਹੇ ਆਪਣੇ ਨੇ, ਚਾਹੇ ਬਗਾਨੇ ਨੇ, ਚਾਹੇ ਅਹਿਮਦੀ ਨੇ, ਚਾਹੇ ਗੈਰ ਅਹਿਮਦੀ ਨੇ, ਮੇਰੇ ਨਾਲ ਇਸ ਜ਼ਬਾਨ ਦੇ ਵਿੱਚ ਕਿਸੇ ਦੀ ਜ਼ਰੂਰਤ ਨਹੀਂ ਕਿ ਗੱਲ ਕਰ ਜੇ, ਤੇ ਨਾ ਹੀ ਕਰਨ ਦੇਣਾ. ਤੇ ਕੀ ਤੂੰ ਬੰਬ ਚਲਾ ਦੇਣਾ ਹੁੰਦਾ ਹੈ ਜਦੋਂ ਤੇਰੇ ਨਾਲ ਕੋਈ ਗੱਲ ਕਰੇ? ਤੂੰ ਅੱਗੋਂ ਐਟਮ ਬੰਬ ਰੱਖਿਆ ਹੈ, ਬਟਨ ਦਬਾ ਦੇਗਾ ਤੂੰ? ਬਈ ਤੂੰ ਜ਼ਿਲਤ ਔਰ ਰਸਵਾਈ ਤੁਹਾਡਾ ਮੁਕੱਦਰ ਹੈ. ਤੁਸੀਂ ਇਹਨੂੰ ਕਬੂਲ ਕਰੋ ਕਿ ਹਾਂ ਵਾਕਈ ਅਸੀਂ ਤੇ ਬਹੁਤ ਹੀ ਜ਼ਲੀਲ ਕੌਮ ਆ, ਆਸਮਾਨ ਦੇ ਨੀਚੇ ਬਦਤਰੀਨ ਮਖਲੂਕ ਹੋ ਤੁਸੀਂ. ਇਹਨੂੰ ਕਬੂਲ ਕਰੋ. ਮੈਂ ਸਿਰਫ ਬੰਬ ਜਿਹੜਾ ਤੁਸੀਂ ਚਲਾਉਣਾ ਚਲਾਓ, ਮੈਂ ਕਦੀ ਬਰਦਾਸ਼ਤ ਨਹੀਂ ਕਰ. ਕੀ ਕਰਨਾ ਤੂੰ, ਕੀ ਕਰਨਾ? ਕੋਈ ਟੀਕਾ ਲਗਾ ਦੇਗਾ ਕਿਸੇ ਨੂੰ? ਮੈਂ ਤੁਹਾਨੂੰ ਸਿਰਫ ਉੱਥੋਂ ਕੋਈ ਬਟਨ ਦਬਾ ਦੇਗਾ ਕਿ ਤੋਪ ਦਾ ਗੋਲਾ ਆ ਕੇ ਡਿੱਗੇਗਾ ਸਵੀਡਨ ਦੇ ਵਿੱਚ? ਜਿਹੜੇ ਮੁਜੱਦਦ ਨੂੰ ਤੁਸੀਂ ਮੰਨਦੇ ਹੋ ਨਾ, ਮੈਂ ਜਦੋਂ ਕੀਲ ਜਾਣਾ ਨਾ ਤੇ ਉਹ ਮੇਰੇ ਜੁੱਤੀਆਂ 'ਚ ਬੈਠਾ ਹੁੰਦਾ. ਸਿਰਫ ਇੰਨੀ ਗੱਲ ਦੱਸ ਦਿਓ. ਤੇ ਜਿਹੜੇ ਜਿਸ ਮੁਜੱਦਦ ਨੂੰ ਤੁਸੀਂ ਮੰਨਦੇ ਹੋ ਨਾ, ਉਹ ਨੰਗੀ ਔਰਤਾਂ ਉਹਦੇ ਸਾਹਮਣੇ ਨਹਾਉਂਦੀਆਂ ਹੁੰਦੀਆਂ ਸੀ. ਜਿਸ ਮੁਜੱਦਦ ਨੂੰ ਤੁਸੀਂ ਮੰਨਦੇ ਹੋ ਨਾ, ਉਹ ਉਹੀ ਸੀ ਜਿਹੜਾ ਜਿਹਨੂੰ ਸੂਰ ਮਾਰ ਕੇ ਆ ਜਾਂਦਾ, ਚਿੜੀ ਮਾਰ ਕੇ ਆਉਂਦਾ. ਉਹ ਤੁਸੀਂ ਮੁਜੱਦਦ ਨੂੰ ਮੰਨਦੇ ਹੋ, ਗੁੱਸਾ ਤੁਸੀਂ ਕਰਦੇ ਹੋ. ਜਿਹੜਾ ਕਹਿੰਦਾ ਸੀ ਪੁੱਛਣਾ ਜੇ ਰਾਜੇ ਗੋਹਰ ਨੂੰ ਜਿਹਦੀਆਂ ਟੰਗਾਂ ਦਬਾਉਂਦੀਆਂ ਸੀ ਔਰਤਾਂ ਆ ਕੇ, 18 ਸਾਲ ਦੀ ਕੁੜੀ ਉਹਦੀ ਟੰਗੀਆਂ ਦਬਾ ਰਹੀ ਹੈ, ਤੇ ਹਜ਼ੂਰ ਉਸ ਨੂੰ ਬੜਾ ਇੰਜੋਏ ਕਰ ਰਹੇ ਨੇ. ਤੁਸੀਂ ਆਪੇ ਅਲ-ਫਜ਼ਲ 'ਚ ਲਿਖਿਆ, ਸੁਣ ਲਈ, 18 ਸਾਲ ਦੀ ਲੜਕੀ ਹਜ਼ੂਰ ਦੀਆਂ ਟੰਗਾਂ ਦਬਾ ਰਹੀ, ਹਜ਼ੂਰ ਉਹਦੀ ਖਿਦਮਤ ਨੂੰ ਬੜਾ ਪਸੰਦ ਕਰ ਰਹੇ ਸੀ. ਇਹ ਤੁਸੀਂ ਆਪ ਲਿਖਿਆ ਆਪਣੇ ਮਸੀਹ ਮੌਤ ਦੇ ਮੁਤਲਕ. ਨੰਗੀ औरत उनके सामने नहाती थी, नंगी औरत उनके सामने नहाती थी, वो मसीह मौद आराम ਨਾਲ ਟੁਕੜ ਟੁਕੜ ਤੱਕਦੇ ਰਹਿੰਦੇ ਸੀ. ਇਹ ਤੁਸੀਂ ਲਿਖਿਆ ਹੈ, ਇਹ ਮੈਂ ਨਹੀਂ ਰਵਾਇਤਾਂ ਲਿਖੀਆਂ, ਇਹ ਤੁਹਾਡੇ ਕਾਬਰੀਨ ਨੇ ਲਿਖੀਆਂ. ਉਸ ਮੁਜੱਦਦ ਨੂੰ ਤੁਸੀਂ ਮੁਜੱਦਦ ਮੰਨ ਲੈਂਦੇ ਹੋ, ਤੁਹਾਡੀ ਛੁੱਟੀ ਹੋ ਜਿਹੜਾ ਕਹਿੰਦਾ ਸੀ ਮੁਝਸੇ ਮੁਰਗੀ ਬਾतें करती थी. ਉਹ ਮੁਜੱਦਦ ਠੀਕ ਹੈ? ਮੁਰਗੀ ਗੱਲਾਂ ਕਰਨ ਵਾਲਾ ਉਹ ਠੀਕ ਹੈ?
ਅਮਰ ਜੀ ਨਿਕਲਿਆ ਹੁਣ ਬਹੁਤ ਨਹੀਂ ਹੋ ਗਈ ਕਿ ਨਹੀਂ ਹੋਰ ਤੁਸੀਂ ਚੱਕ ਆਪ ਹੀ ਲੈਣੀ ਕਹਿ ਰਹੇ ਹੋ ਮੁਜੱਦਦ ਦਾ ਤੁਸੀਂ ਮੁਕਾਬਲਾ ਕਰ ਰਹੇ ਹੋ ਤੇ ਮੁਜੱਦਦ ਦਾ ਤੇ ਤੁਸੀਂ ਆਪੇ ਹੀ ਉਹਦੇ ਸਿਰ ਤੇ ਤੁਸੀਂ ਨਹੀਂ, ਸੁਆਹ ਮੈਂ ਪਾਈ ਹੋਈ ਹੈ ਮੁਕਾਬਲਾ ਨਹੀਂ ਉਹਦਾ ਮੁਜੱਦਦ ਕਰ ਦੇ ਰਿਹਾ, ਉਹਨੇ ਵਿਚਾਰੇ ਨੇ ਕੀ ਮੁਕਾਬਲਾ ਮੇਰਾ ਕਰਨਾ। ਮੈਂ ਤੇ ਦੱਸਿਆ ਕਿ ਉਹਨੂੰ ਪੁੱਛ ਲਿਓ, ਮੇਰਾ ਦੱਸ ਆ ਦੇਗਾ ਤੇ ਪੁੱਛ ਤੁਹਾਨੂੰ। ਲਿਓ ਇਹ ਮਿਰਜ਼ਾ ਗੁਲਾਮ ਹਾਂ। ਅਹਿਮਦ ਕੋਲੋਂ ਪੁੱਛ ਲਿਓ ਇਹ ਨੰਗੀ ਔਰਤਾਂ ਨੂੰ ਵੇਖਦਾ ਹੁੰਦਾ ਸੀ ਨੰਗੀ ਔਰਤਾਂ ਨਹਾਉਂਦੀਆਂ ਸੀ ਵੇਖਦਾ। ਉਹਦੇ ਸਾਹਮਣੇ ਇਹ ਗੱਲ ਸਹੀ ਹੈ ਇਹ ਤੁਸੀਂ ਲਿਖਿਆ ਹੋਇਆ ਹੈ ਤੁਹਾਡੇ ਮੁਫਤੀ ਸਾਦਕ ਸਾਹਿਬ ਜਿਹੜੇ ਸਹਾਬੀ ਸੀ ਉਹਨਾਂ ਨੇ ਲਿਖਿਆ ਹੈ ਨੰਗੀ ਔਰਤ ਮਿਰਜ਼ਾ ਸਾਹਿਬ ਦੇ ਸਾਹਮਣੇ ਨਹਾਉਂਦੀ ਸੀ ਸੀ ਕੋਈ ਗੱਲ ਗੱਲ ਦਰੁਸਤ ਨਹੀਂ, ਹੈਗੀ ਹੈ ਨਬੀ ਤੁਹਾਡੇ ਖਿਆਲ 'ਚ ਨਬੀ ਦੇ ਬੱਚੇ ਨੰਗੀ ਤਾਂ ਔਰਤ ਕਿਵੇਂ ਨਹਾ ਹੁੰਦੇ ਰਹੀ ਨੇ, ਹੈ ਕੋਈ ਔਰ ਗੱਲ ਮੁਜੱਦਦ ਬੈਠ ਕੇ ਉਹਨੂੰ ਟੁਕਰ ਟੁਕਰ ਤੱਕ ਰਿਹਾ ਹੈ